ਮਾਈ ਡੀਅਰ ਸਟੂਡੈਂਟਸ, ਅੱਜ ਆਪਾਂ ਕਰਨ ਜਾ ਰਹੇ ਹਾਂ ਮੂਵਿੰਗ ਚਾਰਟਸ। ਮੂਵਿੰਗ ਚਾਰਟਸ ਉਹ ਹੁੰਦੇ ਹਨ ਜਿਹਦੇ ਵਿੱਚ ਸਾਨੂੰ ਕਾਫੀ ਜ਼ਿਆਦਾ ਸਾਲ ਦਿੱਤੇ ਹੁੰਦੇ ਹਨ, ਸਾਲ, ਮਹੀਨੇ ਜਾਂ ਦਿਨ, ਜਿਹਦੇ ਵਿੱਚ ਸਮਾਂ ਮੂਵ ਕਰਦਾ ਹੈ। ਸਮਾਂ ਮੂਵ ਕਰਦਾ ਹੈ ਤੇ ਉਹਦੇ ਨਾਲ ਨਾਲ ਫਿਗਰਸ ਵੀ ਚੇਂਜ ਹੁੰਦੀਆਂ ਹਨ। ਦੇਖੋ ਸਟੂਡੈਂਟਸ, ਦੋ ਤਰ੍ਹਾਂ ਦੇ ਚਾਰਟਸ ਹੁੰਦੇ ਹਨ, ਇੱਕ ਹੁੰਦੇ ਹਨ ਮੂਵਿੰਗ ਚਾਰਟਸ ਤੇ ਦੂਸਰੇ ਹਨ ਸਟੈਟਿਕ ਚਾਰਟਸ। ਇਹ ਆਪਾਂ ਅਲੱਗ ਲੈਕਚਰ ਦੇ ਵਿੱਚ ਪੜਾਂਗੇ। ਸਟੈਟਿਕ ਚਾਰਟਸ, ਸਟੈਟਿਕ ਮੀਨਸ ਸਟੇਬਲ। ਸਟੈਟਿਕ ਚਾਰਟਸ ਉਹ ਹੁੰਦੇ ਹਨ ਜਿੱਥੇ ਇੱਕੋ ਹੀ ਸਾਲ ਦਿੱਤਾ ਹੁੰਦਾ ਸਾਨੂੰ। ਮੰਨ ਲਓ ਗ੍ਰਾਫ ਆ ਗਿਆ ਬਸ 1970 ਦੇ ਵਿੱਚ, ਉੱਥੇ ਕੰਪੈਰੀਜ਼ਨ ਕਰਨਾ ਹੁੰਦਾ ਬਸ ਕੈਟਾਗਰੀਜ਼ ਦਾ, ਇੱਕੋ ਹੀ ਸਾਲ ਹੈ। ਪਰ ਮੂਵਿੰਗ ਚਾਰਟਸ ਉਹ ਹੁੰਦੇ ਹਨ ਜਿੱਥੇ ਸਾਲ ਕਾਫੀ ਦਿੱਤੇ ਹੋਣ ਤੇ ਉੱਥੇ ਸਮਾਂ ਮੂਵ ਕਰਦਾ ਹੈ। ਸਮਾਂ ਮੂਵ ਕਰਨ ਦੇ ਨਾਲ ਨਾਲ ਉੱਥੇ ਜੋ ਵੀ ਦਿੱਤਾ ਹੋਇਆ, ਫਿਗਰਸ ਦਿੱਤੀਆਂ ਹੋਈਆਂ ਨੇ, ਉਹ ਵੀ ਚੇਂਜ ਹੁੰਦੀਆਂ ਹਨ। ਕੁਝ ਵੱਧਦਾ ਹੈ, ਕੁਝ ਘਟਦਾ ਹੈ ਸਮਾਂ ਬਦਲਣ ਦੇ ਨਾਲ। ਤਾਂ ਇਹੋ ਜਿਹੇ ਚਾਰਟਸ ਨੂੰ ਅਸੀਂ ਮੂਵਿੰਗ ਚਾਰਟਸ ਕਹਿੰਦੇ ਆ। ਹੁਣ ਤੁਸੀਂ ਕਹੋਗੇ ਸਰ ਸਟੈਟਿਕ ਚਾਰਟਸ ਦੀ ਕੋਈ ਐਗਜ਼ਾਮਪਲ? ਇਹ ਆਪਾਂ ਹੁਣ ਨਹੀਂ ਛੇੜਾਂਗੇ, ਆਪਾਂ ਬਾਅਦ ਵਿੱਚ ਇਹਨੂੰ ਕਰਾਂਗੇ, ਤਾਂ ਇਹਨੂੰ ਇੱਥੋਂ ਆਪਾਂ ਛੱਡ ਦਿੰਦੇ ਹਾਂ। ਡੋਂਟ ਵਰੀ, ਸਟੈਟਿਕ ਚਾਰਟਸ ਵੀ ਪੂਰੀ ਡਿਟੇਲ ਚ ਕਰਾਂਗੇ। ਫਿਲਹਾਲ ਤੁਹਾਡਾ ਧਿਆਨ ਕਿਸ ਚੀਜ਼ ਦੇ ਉੱਪਰ ਹੋਵੇ? ਮੂਵਿੰਗ ਚਾਰਟਸ ਦੇ ਉੱਪਰ। ਤਾਂ ਦੇਖੀਏ ਸਟੂਡੈਂਟਸ, ਮੂਵਿੰਗ ਚਾਰਟਸ ਲਾਈਨ ਗ੍ਰਾਫ ਹੋ ਸਕਦੇ ਹਨ। ਆ ਦੇਖੋ ਇੱਥੇ ਸਾਲ ਦਿੱਤੇ ਹੋਏ ਹਨ 1991, 1992, 1993, 1994। ਤੁਹਾਨੂੰ ਡਰਾ ਕਰਨ ਦੀ ਕੁਝ ਜ਼ਰੂਰਤ ਨਹੀਂ, ਬਸ ਦੇਖ ਲਓ। ਇਸ ਤੋਂ ਬਾਅਦ ਜੋ ਮੈਂ ਕਰਵਾਉਂਗਾ ਉਹ ਤੁਸੀਂ ਜ਼ਰੂਰ ਲਿਖਣਾ। ਇਹਦੇ ਵਿੱਚ ਸੇਲ ਦੇ ਰੱਖੀ ਹੈ, ਲੈਟਸ ਸਪੋਜ਼ ਕਾਰਸ ਦੀ, ਜੀਪਸ ਦੀ। ਸਮਾਂ ਮੂਵ ਕਰ ਰਿਹਾ ਹੈ, ਸਮਾਂ ਨਿਕਲਣ ਦੇ ਨਾਲ ਨਾਲ ਫਿਗਰਸ ਬਦਲ ਰਹੀਆਂ ਨੇ। ਕਾਰ ਦੀ ਸੇਲ, ਜੀਪ ਦੀ ਸੇਲ ਵਧ ਰਹੀ ਹੈ, ਘਟ ਰਹੀ ਹੈ, ਘਟ ਰਹੀ ਹੈ, ਵਧ ਰਹੀ ਹੈ, ਜੋ ਵੀ ਹੈ। ਤਾਂ ਮੂਵਿੰਗ ਚਾਰਟਸ ਦੇ ਵਿੱਚ ਯਾਦ ਰੱਖੋ ਸਟੂਡੈਂਟਸ, ਇਨਕਰੀਜ਼ ਡਿਕਰੀਜ਼ ਵਾਲੇ ਵਰਡਸ ਅਸੀਂ ਯੂਜ਼ ਕਰਾਂਗੇ। ਠੀਕ ਹੈ। ਮੂਵਿੰਗ ਚਾਰਟਸ ਬਾਰ ਫਾਰਮ ਚ ਵੀ ਹੋ ਸਕਦਾ, ਬਾਰ ਗ੍ਰਾਫ ਹੋ ਸਕਦਾ ਹੈ ਮੂਵਿੰਗ। ਜਿਵੇਂ ਕਿ ਆ ਦੇਖੋ ਸਾਲ ਦੇ ਰੱਖੇ ਨੇ 1991, 1992, 1993, 1994। ਇਹਦੇ ਨਾਲ ਕੀ ਹੈ? ਫਿਗਰਸ ਬਦਲ ਰਹੀਆਂ ਨੇ। 1991 ਦੇ ਵਿੱਚ ਜੋ ਕਾਰਾਂ ਦੀ ਸੇਲ ਸੀ ਉਹ 1992 ਦੇ ਵਿੱਚ ਵੱਧ ਗਈ, ਫਿਰ ਘਟ ਗਈ, ਵੱਧ ਗਈ, ਜੋ ਵੀ ਹੈ। ਫਿਰ ਟੇਬਲ, ਇੱਥੇ ਇੱਕ ਚੀਜ਼ ਯਾਦ ਰੱਖੋ ਸਟੂਡੈਂਟਸ, ਕਦੇ ਵੀ ਟੇਬਲ ਚਾਰਟ ਨਹੀਂ ਕਹਿਣਾ। ਮੈਂ ਕੀ ਕਿਹਾ? ਕਦੇ ਵੀ ਟੇਬਲ ਚਾਰਟ ਨਹੀਂ ਕਹਿਣਾ, ਬਸ ਇਹਨੂੰ ਅਸੀਂ ਟੇਬਲ ਹੀ ਕਹਿਣਾ ਹੈ, ਯਾਦ ਰੱਖਣਾ ਹੈ। ਗ੍ਰਾਮੈਟਿਕਲੀ ਕੀ ਕਹਿੰਦੇ ਨੂੰ ਆਪਾਂ ਨੇ? ਟੇਬਲ। ਜਦੋਂ ਆਪਾਂ ਗ੍ਰਾਫ ਲਿਖਿਆ ਕਰਾਂਗੇ ਤਾਂ ਆਪਾਂ ਇਦਾਂ ਹੀ ਕਿਹਾ ਕਰਾਂਗੇ, ਦ ਟੇਬਲ ਸ਼ੋਜ਼ ਦੈਟ, ਦ ਟੇਬਲ ਇਲਸਟ੍ਰੇਟਸ ਦੈਟ, ਵਗੈਰਾ ਵਗੈਰਾ ਬਾਅਦ ਚ ਕਰਾਂਗੇ। ਪਰ ਟੇਬਲ ਨਾਲ ਚਾਰਟ ਨਹੀਂ ਕਹਿਣਾ ਇੱਥੇ। ਦੇਖੋ ਆਹ ਟੇਬਲ ਕੀ ਹੈ? ਇਹ ਵੀ ਮੂਵਿੰਗ ਹੈ, ਇੱਥੇ ਸਾਲ ਕਾਫੀ ਦਿੱਤੇ ਹੋਏ ਹਨ। ਸੋ ਜਿੱਥੇ ਕਾਫੀ ਸਾਲ ਦਿੱਤੇ ਹਨ ਅਤੇ ਉੱਥੇ ਫਿਗਰਸ ਸਾਲ ਬਰ ਸਾਲ ਅਲੱਗ-ਅਲੱਗ ਜਾ ਰਹੀਆਂ ਨੇ, ਤਾਂ ਉਸ ਤਰ੍ਹਾਂ ਦੇ ਚਾਰਟ ਨੂੰ ਅਸੀਂ ਕੀ ਕਹਿੰਦੇ ਆ? ਮੂਵਿੰਗ ਚਾਰਟ। ਇਸੇ ਤਰੀਕੇ ਨਾਲ ਸਟੂਡੈਂਟਸ ਮੂਵਿੰਗ ਚਾਰਟਸ ਪਾਈ ਚਾਰਟਸ ਹੋ ਸਕਦੇ ਹਨ। ਪਾਈ ਚਾਰਟਸ ਮੀਨਸ ਸਰਕਲ ਚਾਰਟਸ। ਆ 1991 ਹੈ, ਇਹ 1992, 1993, 1994। ਫਿਗਰਸ ਡਿਫਰੈਂਟ ਦਿੱਤੀਆਂ ਹੋਈਆਂ ਨੇ। ਸੋ ਜਿੱਥੇ ਕਾਫੀ ਸਾਲ ਦਿੱਤੇ ਹੋਣ ਉੱਥੇ ਅਸੀਂ ਕਹਿੰਦੇ ਹਾਂ ਕਿ ਉਹ ਚਾਰਟ ਕਿਹੜਾ ਹੈ? ਮੂਵਿੰਗ ਚਾਰਟ। ਤੇ ਯਾਦ ਰੱਖੋ ਸਟੂਡੈਂਟਸ, ਐਦਾਂ ਪੜਨ ਦੀ ਬਜਾਏ ਕਿ ਹੁਣ ਅਸੀਂ ਲਾਈਨ ਗ੍ਰਾਫ ਪੜ੍ਹਦੇ ਹਾਂ, ਬਾਰ ਗ੍ਰਾਫ ਪੜ੍ਹਦੇ ਹਾਂ, ਐ ਤੁਸੀਂ ਉਲਝੋਗੇ। ਬਸ ਤੁਸੀਂ ਇਹ ਸਮਝ ਲਓ ਵੀ ਦੋ ਤਰ੍ਹਾਂ ਦੇ ਚਾਰਟਸ ਹੁੰਦੇ ਹਨ, ਇੱਕ ਮੂਵਿੰਗ ਤੇ ਇੱਕ ਸਟੈਟਿਕ। ਸਟੈਟਿਕ ਆਪਾਂ ਬਾਅਦ ਚ ਪੜਾਂਗੇ। ਇਹ ਜੋ ਮੂਵਿੰਗ ਚਾਰਟਸ ਹਨ, ਚਾਹੇ ਉਹ ਲਾਈਨ ਗ੍ਰਾਫ ਹੈ, ਚਾਹੇ ਉਹ ਬਾਰ ਹੈ, ਚਾਹੇ ਉਹ ਟੇਬਲ ਹੈ, ਤੇ ਚਾਹੇ ਉਹ ਪਾਈ ਚਾਰਟਸ ਨੇ, ਇਹਨਾਂ ਸਾਰਿਆਂ ਦੇ ਲਈ ਜੋ ਵੋਕੈਬਲਰੀ ਹੋਏਗੀ, ਜੋ ਸੈਂਟੈਂਸ ਫਾਰਮੇਸ਼ਨ ਹੋਏਗੀ, ਉਹ ਸਾਰਿਆਂ ਦੀ ਸੇਮ ਹੋਏਗੀ। ਇਹ ਨਹੀਂ ਹੈ ਕਿ ਜੋ ਲਾਈਨ ਗ੍ਰਾਫ ਦੇ ਲਈ ਅਸੀਂ ਮੂਵਿੰਗ ਚਾਰਟਸ ਦੇ ਵਿੱਚ ਕੋਈ ਵਕੈਬ ਪੜ੍ਹੀ, ਉਹੀ ਵਕੈਬ ਅਸੀਂ ਇੱਥੇ ਅਪਲਾਈ ਕਰ ਸਕਦੇ ਹਾਂ, ਉਹੀ ਵਕੈਬ ਇੱਥੇ ਅਪਲਾਈ ਕਰ ਸਕਦੇ ਹਾਂ, ਤੇ ਉਹੀ ਵਕੈਬ ਜਾਂ ਸੈਂਟੈਂਸਸ ਅਸੀਂ ਪਾਈ ਚਾਰਟਸ ਦੇ ਉੱਪਰ ਅਪਲਾਈ ਕਰ ਸਕਦੇ ਹਾਂ। ਕਿਉਂ? ਕਿਉਂਕਿ ਇਹ ਬਸ ਗੱਲ ਉਹੀ ਹੈ, ਇਹਨੂੰ ਕਹਿਣ ਦੀਆਂ ਸ਼ਕਲਾਂ ਅਲੱਗ-ਅਲੱਗ ਬਣਾ ਕੇ ਇੱਥੇ ਦਿਖਾ ਦਿੱਤੀਆਂ। ਚੱਲਦੇ ਹਾਂ ਸਟੂਡੈਂਟਸ ਅੱਗੇ। ਆਪਾਂ ਹੁਣ ਪਹਿਲਾਂ ਆਪਾਂ ਦੇਖੀਏ ਮੂਵਿੰਗ ਚਾਰਟਸ ਕੀ ਹਨ, ਫਿਰ ਆਪਾਂ ਇਹ ਦੇਖਿਆ ਕਿ ਮੂਵਿੰਗ ਚਾਰਟਸ ਦੇ ਵਿੱਚ ਜੋ ਵੋਕੈਬਲਰੀ ਹੋਏਗੀ ਉਹ ਸੇਮ ਹੋਏਗੀ, ਚਾਹੇ ਉਹ ਲਾਈਨ ਗ੍ਰਾਫ ਹੈ, ਚਾਹੇ ਉਹ ਬਾਰ ਹੈ, ਚਾਹੇ ਉਹ ਟੇਬਲ ਹੈ, ਤੇ ਚਾਹੇ ਉਹ ਪਾਈ ਚਾਰਟਸ ਨੇ। ਤਾਂ ਹੁਣ ਮੂਵਿੰਗ ਚਾਰਟਸ ਨੂੰ ਵਧੀਆ ਤਰੀਕੇ ਨਾਲ ਸਮਝਣ ਦੇ ਲਈ ਸਾਨੂੰ ਪਹਿਲਾਂ ਇਹਦੀ ਵੋਕੈਬਲਰੀ ਅੰਡਰਸਟੈਂਡ ਕਰਨੀ ਪਏਗੀ। ਵੋਕੈਬਲਰੀ ਵਾਸਤੇ ਦੱਸਦਾ ਸਟੂਡੈਂਟਸ, ਮੈਂ ਤੁਹਾਨੂੰ ਇੰਨੇ ਸ਼ਬਦ ਦੱਸਾਂਗਾ ਜਿਹਦੇ ਨਾਲ ਤੁਹਾਡਾ ਕੰਮ ਸਰ ਜਾਏਗਾ। ਉਹ ਵੋਕੈਬਲਰੀ ਜੋ ਕਿ ਵਧੀਆ ਹੋਏਗੀ
ਤੁਹਾਡੇ ਬੈਂਡ ਸਕੋਰ ਇੰਪਰੂਵ ਕਰਨ ਚ ਹੈਲਪ ਕਰੇਗੀ। ਬਹੁਤ ਜ਼ਿਆਦਾ ਫालतू ਦੇ ਸ਼ਬਦ ਆਪਾਂ ਨਹੀਂ ਪੜਾਂਗੇ, ਕਿਉਂਕਿ ਮੈਂ ਦੇਖਿਆ ਸਟੂਡੈਂਟਸ ਉਹਨੂੰ ਕਰਨ ਨਾਲ ਉਹ ਚ ਐਰਰ ਪਾ ਦਿੰਦੇ ਨੇ, ਤਾਂ ਐਰਰਸ ਨਹੀਂ ਹੋਣੀ ਚਾਹੀਦੀਆਂ ਸਾਡੇ ਕੋਲੇ। ਤਾਂ ਇਸ ਲੈਕਚਰ ਦੇ ਵਿੱਚ ਆਪਾਂ ਪੜਾਂਗੇ ਵੋਕੈਬਲਰੀ। ਇਸ ਤੋਂ ਬਾਅਦ ਵਾਲੇ ਲੈਕਚਰ ਦੇ ਵਿੱਚ ਆਪਾਂ ਪੜਾਂਗੇ ਸੈਂਟੈਂਸ ਫਾਰਮੇਸ਼ਨ, ਕੰਪਲੈਕਸ ਸੈਂਟੈਂਸਸ ਵਗੈਰਾ, ਜੋ ਕਿ ਅਸੀਂ ਇਹਨਾਂ ਮੂਵਿੰਗ ਚਾਰਟਸ ਦੇ ਵਿੱਚ ਅਪਲਾਈ ਕਰ ਸਕਦੇ ਹਾਂ। ਤੇ ਹੁਣ ਤੁਸੀਂ ਨੋਟਬੁੱਕਸ ਦੇ ਉੱਪਰ ਲਿਖ ਲਓ ਵੋਕੈਬ 1। ਸਭ ਤੋਂ ਪਹਿਲਾਂ ਅੱਜ ਆਪਾਂ ਕੀ ਕਰਨ ਜਾ ਰਹੇ ਹਾਂ ਵੋਕੈਬ 1 ਦੇ ਵਿੱਚ। ਕੋਈ ਵੀ ਮੂਵਿੰਗ ਚਾਰਟ ਹੈ, ਲੈਟਸ ਸਪੋਜ਼ ਮੈਂ ਐਗਜ਼ਾਮਪਲ ਲੈ ਲਈ, ਥੋੜਾ ਡਰਾ ਕਰਨਾ ਈਜ਼ੀ ਰਹਿੰਦਾ ਹੈ। ਲਾਈਨ ਗ੍ਰਾਫ ਦੀ ਲਾਈਨ ਵਧ ਰਹੀ ਹੈ, ਇੱਥੇ ਆ ਕੇ ਲਾਈਨ ਸਟੇਬਲ ਜੇ ਹੋ ਗਈ। ਹੁਣ ਆਪਾਂ ਪੜਨ ਜਾ ਰਹੇ ਹਾਂ ਵੀ ਜਦੋਂ ਕੋਈ ਲਾਈਨ ਸਟੇਬਲ ਹੋ ਜਾਂਦੀ ਹੈ, ਕਨਸਟੈਂਟ ਹੋ ਜਾਂਦੀ ਹੈ, ਤਾਂ ਉਹਨੂੰ ਆਪਾਂ ਕਿਵੇਂ ਕਿਵੇਂ ਕਹਿ ਸਕਦੇ ਹਾਂ। ਮੰਨ ਲਓ ਇਹ ਸੇਲ ਹੈ ਕਾਰਸ ਦੀ। ਦੇਖੋ ਸਟੂਡੈਂਟਸ, ਆਮ ਤੌਰ ਤੇ ਸਟੂਡੈਂਟਸ ਇਹਨੂੰ ਐਦਾਂ ਲਿਖ ਦਿੰਦੇ ਨੇ, ਜੋ ਕਿ ਸਹੀ ਹੈ, ਬਟ ਮੈਂ ਤੁਹਾਨੂੰ ਇੱਥੇ ਇੱਕ ਦੋ ਨਵੀਆਂ ਚੀਜ਼ਾਂ ਦੱਸੂਗਾ। ਲਿਖੋ ਦ ਸੇਲ ਆਫ ਕਾਰਸ, ਜੋ ਕਾਰਾਂ ਦੀ ਸੇਲ ਹੈ ਉਹ ਕੀ ਹੋਗੀ। ਕੋਈ ਵੀ ਸੈਂਟੈਂਸ ਲਿਖਤਾ, ਚਲੋ ਜੀ ਮੈਂ ਲਿਖਤਾ ਰਿमेन्ड स्टेबल, ਉਹ ਸਟੇਬਲ ਰਹੀ। द सेल ऑफ कार्स रिमेन्ड स्टेबल एट 40%, वैसे लिखता एट 40%, 40% जो स्टेबल रही इस टाइम तो लेके इस टाइम तक। तो इन्हों सिंपली लिखता आप फ्रॉम 1991 टू 1994। ਹੁਣ ਮੈਂ ਸਾਨੂੰ ਇਹ ਦੱਸੋ ਵੀ ਜਦੋਂ ਕੋਈ ਚੀਜ਼ ਸਟੇਬਲ ਹੋ ਜਾਂਦੀ ਹੈ ਤਾਂ ਉਹਨੂੰ ਆਪਾਂ ਹੋਰ ਕਿਵੇਂ ਕਿਵੇਂ ਮੈਂਸ਼ਨ ਕਰ ਸਕਦੇ ਹਾਂ। ਬਟ ਇੱਕ ਚੀਜ਼ ਯਾਦ ਰੱਖੋ, ਜਿੱਥੇ ਆਪਾਂ ਲਾਸਟ ਤੇ ਲਿਖਿਆ ਫਰੋਮ 1991 ਟੂ 1994, ਤੁਸੀਂ ਇਹਨੂੰ ਬਿਟਵੀਨ ਦੇ ਨਾਲ ਵੀ ਬਣਾ ਸਕਦੇ ਹੋ। ਹਾਲਾਂਕਿ ਟਾਈਮ ਬਾਰੇ ਆਪਾਂ ਜਦੋਂ ਗ੍ਰਾਫ ਕਰਾਂਗੇ ਉਦੋਂ ਜ਼ਿਆਦਾ ਪੜਾਂਗੇ। ਯਾਦ ਰੱਖੋ ਜਦੋਂ ਬਿਟਵੀਨ ਲਿਖਿਆ ਤਾਂ ਅਸੀਂ ਐਂਡ ਲਿਖਦੇ ਹਾਂ, ਤਾਂ ਇਹਨੂੰ ਤੁਸੀਂ ਗਲਤੀ ਨਹੀਂ ਕਰਨੀ ਸਟੂਡੈਂਟਸ। ਫਰੋਮ ਦੇ ਨਾਲ ਲੱਗੇਗਾ ਟੂ, ਬਿਟਵੀਨ ਦੇ ਨਾਲ ਕੀ ਲੱਗੇਗਾ ਐਂਡ। ਹੁਣ ਦੇਖਦੇ ਹਾਂ ਸਟੂਡੈਂਟਸ ਕਿ ਆਹ ਸੈਂਟੈਂਸ ਨੂੰ ਆਪਾਂ ਹੋਰ ਕਿਵੇਂ ਲਿਖ ਸਕਦੇ ਹਾਂ। ਆਓ ਆਪਾਂ ਵੈਰਾਈਟੀ ਤੇ ਕੰਮ ਕਰੀਏ। ਪੰਜਾਬੀ ਚ ਕਹਿ ਦਿੰਦੇ ਨੇ ਸਥਿਰ ਹੋਣਾ, ਸਥਿਰ ਹੋਣ ਦੀ ਇੰਗਲਿਸ਼ ਕੀ ਲਿਖੀ ਆਪਾਂ ਨੇ ਸਟੇਬਲ। ਠੀਕ ਹੈ, ਤੁਸੀਂ ਸਟੇਬਲ ਦੀ ਬਜਾਏ ਕਨਸਟੈਂਟ ਲਿਖ ਸਕਦੇ ਸੀ, ਬੱਚੇ ਨੂੰ ਆਉਂਦਾ ਹੁੰਦਾ ਵਰਡ ਕਨਸਟੈਂਟ, ਬਟ ਮੈਂ ਕੁਝ ਹੋਰ ਦੱਸਣ ਜਾ ਰਿਹਾ ਇੱਥੇ। ਤੁਸੀਂ ਨਾ ਕੁਝ ਕੁ ਵਰਬਸ ਨੋਟ ਕਰ ਲਓ, ਕੁਝ ਕੁ ਵਰਬਸ ਜਿਨ੍ਹਾਂ ਦਾ ਮਤਲਬ ਹੀ ਹੁੰਦਾ ਹੈ ਸਥਿਰ ਹੋ ਜਾਣਾ। ਪਹਿਲਾ ਸ਼ਬਦ ਹੈ ਸਟੈਗਨੇਟ, STAGNATE, ਨੋਟ ਕਰੋ ਸਟੂਡੈਂਟਸ ਸਟੈਗਨੇਟ। ਜਿਹੜਾ ਸਟੈਗਨੇਟ ਹੈ ਹਲੇ ਆਪਾਂ ਯੂਜ਼ ਕਰਾਂਗੇ, ਇਹਦਾ ਮਤਲਬ ਹੀ ਹੁੰਦਾ ਹੈ ਸਥਿਰ ਹੋ ਜਾਣਾ। ਲਿਖ ਲਓ, ਚਾਹੇ ਪੰਜਾਬੀ ਚ ਲਿਖ ਲਓ ਸਥਿਰ ਹੋ ਜਾਣਾ। I will use it। ਪਹਿਲਾ ਲਿਸਟ ਬਣਾਉਣੀ ਹੈ, ਸਟੈਗਨੇਟ ਲਿਖ ਲਿਆ। ਸਟੈਗਨੇਟ ਤੋਂ ਬਾਅਦ ਸਾਡਾ ਅਗਲਾ ਸ਼ਬਦ ਹੈ ਲੈਵਲ ਆਊਟ। ਹਾਂਜੀ, ਲੈਵਲ ਆਊਟ ਦਾ ਮਤਲਬ ਵੀ ਹੁੰਦਾ ਹੈ ਕਿਸੇ ਚੀਜ਼ ਦਾ ਸਟੇਬਲ ਹੋ ਜਾਣਾ। ਲੈਵਲ ਆਊਟ ਹੋ ਜਾਣਾ ਮੀਨਸ ਸਟੇਬਲ ਹੋ ਜਾਣਾ। ਅਗਲਾ ਲਿਖੋ ਰਾਜੇ ਲੈਵਲ ਆਫ। ਲੈਵਲ ਆਫ ਦਾ ਮਤਲਬ ਵੀ ਹੁੰਦਾ ਹੈ ਸਟੇਬਲ ਹੋ ਜਾਣਾ। ਨੈਕਸਟ ਇੱਕ ਹੋਰ ਲਿਖ ਲੈਨੇ ਆਪਾਂ ਫਰੀਜ਼। ਤਾਂ ਐਨੇ ਸਾਨੂੰ ਇੱਥੇ ਮੁੱਕਦੇ ਨਹੀਂ। ਫਰੀਜ਼ ਦਾ ਮਤਲਬ ਹੁੰਦਾ ਜੰਮਣਾ, ਮੀਨਸ ਇੱਥੇ ਜਦੋਂ ਕੋਈ ਸੇਲ, ਕੋਈ ਨੰਬਰ, ਕੋਈ ਪਰਸੈਂਟੇਜ ਫਰੀਜ਼ ਹੋ ਜਾਏ ਕਿਸੇ ਖਾਸ ਫਿਗਰ ਤੇ, ਇਟ ਮੀਨਸ ਉਹ ਚੀਜ਼ ਉੱਥੇ ਸਥਿਰ ਹੋ ਗਈ। ਤਾਂ ਆਓ ਆਪਾਂ ਇਹਨਾਂ ਦੀ ਮਦਦ ਨਾਲ ਬਣਾਈਏ ਸੈਂਟੈਂਸ। ਬਟ ਯਾਦ ਰੱਖੋ these are verbs। ਲੈਟਸ ਮੇਕ, ਤਾਂ ਇਹੋ ਸੈਂਟੈਂਸ ਨੂੰ ਅਸੀਂ ਐਂ ਕਹਿ ਸਕਦੇ ਹਾਂ ਦ ਸੇਲ, ਜੋ ਸੇਲ ਹੈ। ਹੁਣ ਇੱਥੇ ਜਦੋਂ ਅਸੀਂ ਲਿਖਾਂਗੇ ਨਾ ਵਰਡਸ ਨੂੰ, ਤਾਂ ਅਸੀਂ ਹੁਣ ਰਿਮੇਨ ਵਰਡ ਨਹੀਂ ਲਿਖਾਂਗੇ। ਕਿਉਂ? ਕਿਉਂਕਿ ਸਟੇਬਲ ਮੀਨਸ ਸਥਿਰ, ਨਾਲ ਵਰਬ ਅਸੀਂ ਅਲੱਗ ਤੋਂ ਲਿਖੀ ਸੀ ਰਿਮੇਨ। ਇਹ ਸਿੱਧੀਆਂ ਵਰਬਸ ਨੇ, ਇਹਨਾਂ ਨਾਲ ਰਿਮੇਨ ਲਿਖਣ ਦੀ ਲੋੜ ਨਹੀਂ। ਤੁਸੀਂ ਇਹਨਾਂ ਨਾਲ ਸਿੱਧੀ ਸੈਕਿੰਡ ਫਾਰਮ ਲਿਖ ਸਕਦੇ ਹੋ, ਦ ਸੇਲ ਸਟੈਗਨੇਟਡ। ਬੋਲੋ ਮੇਰੇ ਨਾਲ, ਕੀ ਹੈ? ਦ ਸੇਲ ਸਟੈਗਨੇਟਡ। ਅੱਛਾ, ਯਾਦ ਰੱਖੋ ਇਹਨਾਂ ਦੇ ਨਾਲ ਜੋ ਪ੍ਰੈਪੋਜੀਸ਼ਨ ਲੱਗਦੀ ਹੈ ਉਹ ਅਸੀਂ ਐਟ ਲਿਖਾਂਗੇ। ਕਿਉਂ? ਕਿਉਂਕਿ ਪੰਜਾਬੀ ਚ ਵੀ ਐਂ ਕਹਿੰਦੇ ਆ ਸੇਲ 40% ਤੇ ਸਥਿਰ ਹੋ ਗਈ। ਸਥਿਰ ਹੋਣ ਦੀ ਇੰਗਲਿਸ਼ ਆਹ, ਤੇ ਦੀ ਇੰਗਲਿਸ਼ ਐਟ। ਸਟੈਗਨੇਟਡ ਐਟ 40%। ਅੱਗੇ ਆਪਾਂ ਟਾਈਮ ਲਿਖ ਦਾਂਗੇ ਜੋ ਵੀ ਲਿਖਿਆ ਹੋਇਆ। ਤਾਂ ਲੈਵਲ ਆਊਟ ਦੀ ਰਜੇ ਸੈਕਿੰਡ ਫਾਰਮ ਆ ਗਈ ਲੈਵਲਡ ਆਊਟ। ਐਲ ਨੂੰ ਤੁਸੀਂ ਦੋ ਵਾਰੀ ਲਿਖ ਦੇਣਾ, ਲੈਵਲਡ ਆਊਟ।
The sale leveled out at 40%. नेक्स्ट आ गया लेवल ऑफ, ते लेवल ऑफ की सेकंड फॉर्म की आ गई लेवल्ड ऑफ, एल दो बारी लिख देंगे। फ्रीज दी सेकंड फॉर्म फ्रीज्ड नहीं कहना इथे, फ्रीज दी सेकंड फॉर्म तुसी रजे इथे कहनी है फ्रोज। हाँ जी, तो आ सेंटेंस बोल के दिखाओ कि बन गया द सेल स्टैग्नेटेड at 40%, the sale leveled out at 40%, the sale leveled off at 40%, the sale froze at 40% between 1991 and 1994। ਤਾਂ ਇੱਕ ਮੈਥਡ ਆਪਾਂ ਹੋਰ ਕਰਦੇ ਹਾਂ ਸਟੂਡੈਂਟਸ ਵੈਰਾਈਟੀ ਦੇ ਲਈ। ਪਹਿਲਾਂ ਆਪਾਂ ਕੀਤਾ ਸੀ ਵਰਬਸ ਦਾ ਇਸਤੇਮਾਲ, ਹੁਣ ਤੁਸੀਂ ਇੱਥੇ ਲਿਖ ਲਓ ਸੈਕਿੰਡ ਮੈਥਡ। ਇਹੀ ਸਟੇਬਲ ਵਾਲੀ ਚੀਜ਼ ਨੂੰ ਕਹਿਣ ਦਾ ਸੈਕਿੰਡ ਮੈਥਡ ਤੁਸੀਂ ਇੱਥੇ ਨੋਟ। ਇੱਕ ਨਾ ਯਾਦ ਰੱਖੋ, ਸਟੇਬਲ ਤੋਂ ਵਰਡ ਬਣਦਾ ਹੈ ਸਟੇਬਿਲਿਟੀ, ਆਪਾਂ ਨੂੰ ਪਤਾ ਹੈ ਸਟੇਬਲ ਮੀਨਸ ਸਥਿਰ, ਤੇ ਸਟੇਬਲ ਤੋਂ ਕਿਹੜਾ ਵਰਡ ਬਣਦਾ ਹੈ ਸਟੇਬਿਲਿਟੀ, ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਹਾਂ ਸਥਿਰਤਾ। ਜਿਵੇਂ ਸਥਿਰਤਾ ਵਰਡ ਹੈ ਸਟੇਬਿਲਿਟੀ, ਇਸੇ ਤਰੀਕੇ ਨਾਲ ਯਾਦ ਰੱਖੋ ਇੱਕ ਵਰਡ ਹੋਰ ਹੁੰਦਾ ਹੈ ਸਟੈਗਨੇਸ਼ਨ, ਸਟੈਗਨੇਟ ਤੋਂ ਬਣਦਾ। ਤਾਂ ਜਿੱਥੇ ਅਸੀਂ ਸਟੇਬਿਲਿਟੀ ਕਹਿ ਸਕਦੇ ਹਾਂ ਉੱਥੇ ਅਸੀਂ ਸਟੈਗਨੇਸ਼ਨ ਦਾ ਇਸਤੇਮਾਲ ਵੀ ਕਰ ਸਕਦੇ ਹਾਂ। ਸਟੇਬਿਲਿਟੀ ਸਟੈਗਨੇਸ਼ਨ ਮੀਨਸ ਸਥਿਰਤਾ। ਪਹਿਲਾਂ ਇਹਨੂੰ ਪੰਜਾਬੀ ਚ ਲਿਖ ਸਕਦੇ ਹੋ, ਜੇ ਤੁਹਾਨੂੰ ਨਹੀਂ ਸਮਝ ਆਇਆ ਲਿਖ ਲਓ ਸਟੇਬਿਲਿਟੀ ਤੇ ਸਟੈਗਨੇਸ਼ਨ ਮੀਨਸ ਸਥਿਰਤਾ। ਹੁਣ ਇਹ ਕਹਿਣ ਦੀ ਬਜਾਏ ਕਿ ਸੇਲ ਸਥਿਰ ਹੋ ਗਈ, ਅਸੀਂ ਐਦਾਂ ਵੀ ਕਹਿ ਸਕਦੇ ਹਾਂ ਸੇਲ ਨੇ ਸਥਿਰਤਾ ਦਿਖਾਈ, ਸੇਲ ਨੇ 40% ਤੇ ਸਥਿਰਤਾ ਦਿਖਾਈ। ਤਾਂ ਸਟੂਡੈਂਟਸ ਮੈਂ ਸੈਂਟੈਂਸ ਨੂੰ ਐਦਾਂ ਵੀ ਲਿਖ ਸਕਦਾ, ਲਿਖੋ ਦ ਸੇਲ ਆਫ ਕਾਰਸ, ਦ ਸੇਲ ਆਫ ਕਾਰਸ ਜੋ ਕਾਰਾਂ ਦੀ ਸੇਲ ਹੈ, ਓਕੇ। ਸ਼ੋਟ ਉਹਨੇ ਦਿਖਾਈ, ਜੀ ਉਹਨੇ ਕੀ ਦਿਖਾਈ ਸਟੈਗਨੇਸ਼ਨ, स्थिरता दिखाई, स्थिर होगी मीन्स स्थिरता दिखाई at 40%, at 40%। फिर आप टाइम लिख देंगे फ्रॉम नाल या बिटवीन दे नाल, फ्रॉम 1991 to 1994। सो ए सी स्टूडेंट्स साडी वोकैब नंबर 1। चलते हैं स्टूडेंट्स हुण वोकैब नंबर 2 दे उपर। मैं फिर कह रहे हैं ये नहीं कि सिर्फ लाइन ग्राफ की वकैब है, सारे मूविंग चार्ट्स ਦੇ ਵਿੱਚ ਇਹੀ ਵਕੈਬ ਕੰਮ ਆਏਗੀ। ਸ਼ਰਤ ਇਹ ਹੈ मूविंग ਹੋਣਾ ਚਾਹੀਦਾ, ਸਾਲ ਉੱਥੇ ਕਾਫੀ ਹੋਣੇ ਚਾਹੀਦੇ ਨੇ। ਬਾਕੀ ਜਦੋਂ ਸਟੂਡੈਂਟਸ ਆਪਾਂ ਗ੍ਰਾਫ ਕਰਾਂਗੇ ਉਦੋਂ ਤੁਹਾਨੂੰ ਹੋਰ ਕਲੈਰਿਟੀ ਹੋਏਗੀ। ਹੁਣ ਆਪਾਂ ਕਰਨ ਜਾ ਰਹੇ ਹਾਂ, ਇੱਥੇ ਲਿਖ ਲਓ ਵਕੈਬ ਨੰਬਰ 2। ਲੈਟਸ ਸਪੋਜ਼ ਇਹ ਕਾਰਾਂ ਦੀ ਸੇਲ ਹੈ, ਸਿੰਪਲ ਜਿਹਾ ਵਰਡ ਲਿਖਿਆ ਸੇਲ ਆਫ ਕਾਰਸ। ਹੁਣ ਆਪਾਂ ਇਹ ਦੇਖ ਰਹੇ ਹਾਂ ਵੀ ਜਦੋਂ ਕੋਈ ਸੇਲ ਵੱਧ ਕੇ ਹਾਈਐਸਟ ਪੁਆਇੰਟ ਤੇ ਪਹੁੰਚ ਜਾਂਦੀ ਹੈ ਤਾਂ ਉਹਨੂੰ ਅਸੀਂ ਕੀ ਕਹਿ ਸਕਦੇ ਹਾਂ? ਇੱਕ ਤੇ ਦਾ ਨਾਮ ਆ ਗਿਆ ਪੀਕ। ਹਾਂਜੀ ਬਿਲਕੁਲ ਠੀਕ ਹੈ, ਪੀਕ ਕਹਿ ਦਿੰਦੇ ਆਪਾਂ। ਪੀਕ ਦੀ ਬਜਾਏ ਅਸੀਂ ਇਹਨੂੰ ਇਹ ਵੀ ਕਹਿ ਦਿੰਦੇ ਹਾਂ ਦ ਹਾਈਐਸਟ ਪੁਆਇੰਟ ਜਾਂ ਹਾਈਐਸਟ ਫਿਗਰ। ਲਿਖ ਲਓ ਆ ਦੋ ਚੀਜ਼ਾਂ ਸਾਨੂੰ ਆਉਂਦੀਆਂ ਹੁੰਦੀਆਂ ਨੇ, ਬਿਲਕੁਲ ਠੀਕ ਹੈ। ਤੁਸੀਂ ਚਾਹੋ ਤਾਂ ਆ ਦੋਨੋਂ ਯੂਜ਼ ਕਰ ਲਓ, ਕੋਈ ਪ੍ਰੋਬਲਮ ਨਹੀਂ। ਪੀਕ, ਅੱਛਾ ਪੀਕ ਨਾਲ ਪੁਆਇੰਟ ਨਾ ਕਿਆ ਕਰੋ, ਬਸ ਪੀਕ ਦ ਹਾਈਐਸਟ फिगर। आओ एक सेंटेंस बनाइए, फिर मैं दसो इनू आप होर की कुछ कह सकते हैं। तो आप सिंपल जा सेंटेंस बना लेने, एक लिखो द सेल ऑफ कार्स, कारां दी सेल की होगी पीक ते पहुंच गई। द सेल ऑफ कार्स रीच्ड इट्स पीक, रीच्ड इट्स पीक, इट्स मींस अपनी पीक ते पहुंच गई, ठीक है। रीच्ड इट्स पीक, पीक है किथे ये दसना पेगा। तो पीक तो बाद लिख दो एट 85%। किहड़े साल दे विच? अगे आपां लिख देने इन 1996 दे विच। डमी फिगर है, पढ़ के दिखाओ एक बारी, मेरी मेन गल अगे आएगी। द सेल ऑफ कार्स रीच्ड इट्स पीक एट 85% in 1996। तुसी ये वधिया, ठीक है, इट्स गुड। ਆ ਜਿਹੜਾ ਇੱਥੇ ਸ਼ਬਦ ਲਿਖਿਆ ਨਾ ਪੀਕ, ਜਿਹਨੂੰ ਪੰਜਾਬੀ ਚ ਸਿਖਰ ਕਹਿ ਦਿੰਦੇ ਅਸੀਂ, ਇਹਦੀ ਬਜਾਏ ਤੁਸੀਂ 2-3
ਸ਼ਬਦ ਨੋਟ ਕਰ ਲਓ, ਦੇਖਦੇ ਹਾਂ ਕਿੰਨੇ ਕਿੰਨੇ। ਇੱਕ ਤਾਂ ਲਿਖ ਲਓ ਪਿਨੈਕਲ। ਪਿਨੈਕਲ ਦਾ ਮਤਲਬ ਵੀ ਹੁੰਦਾ ਸਿਖਰ, PINNACLE, ਬਹੁਤ ਚੱਲਦਾ ਗ੍ਰਾਫ 'ਚ ਨਹੀਂ, ਵੈਸੇ ਵੀ ਚੱਲਦਾ ਲਾਈਫ ਦੇ ਵਿੱਚ। ਆਪਾਂ ਕਹਿਣਾ ਹੋਵੇ ਉਹ ਸਫਲਤਾ ਦੀ ਸਿਖਰ ਤੇ ਪਹੁੰਚ ਚੁੱਕਿਆ ਹੁਣ ਤਾਂ। He has reached the pinnacle of success. He has reached the pinnacle of success. ਇਸ ਤੋਂ ਬਾਅਦ ਜਿਹੜਾ ਦੂਸਰਾ ਸ਼ਬਦ ਹੈ ਸਟੂਡੈਂਟਸ, ZENITH, ਜ਼ਿਨਤ ਕਹਿ ਸਕਦੇ ਹੋ। ਜ਼ਿਨਤ, ZENITH। ਮੈਂ ਦੋ ਤਿੰਨ ਲਿਖ ਦੇਣਾ, ACME, ਐਕਮੇ। ਐਕਮੇ ਦਾ ਮਤਲਬ ਵੀ ਹੁੰਦਾ ਹੈ ਟੌਪ, ਪੀਕ। He has reached the acme of success, ਸਫਲਤਾ ਦੀ ਸਿਖਰ ਤੇ ਪਹੁੰਚ ਚੁੱਕਿਆ ਹੈ। ਇਹਨੂੰ ਸਮਿਟ ਕਹਿੰਦੇ ਨੇ, SUMMIT, ਤੇ ਇਹਨੂੰ ਐਪੈਕਸ ਵੀ ਬੋਲਦੇ ਨੇ। ਬਟ ਕੋਈ ਵੀ ਇਹਨਾਂ ਚੋਂ ਇੱਕ ਦੋ ਤੁਸੀਂ ਫੇਵਰਟ ਬਣਾ ਲਓ। ਆ ਵਧੀਆ ਨੇ ਦੋਨੋਂ, ਸਾਰੇ ਵਧੀਆ ਨੇ ਵੈਸੇ ਤਾਂ, ਬਟ ਪੇਪਰ 'ਚ ਸਾਨੂੰ ਵੱਧ ਤੋਂ ਵੱਧ ਦੋ ਤਿੰਨ ਵਾਰ ਲੋੜ ਪਏਗੀ। ਇੱਕ ਵਾਰ ਇਹ ਲਿਖਤਾ, ਇੱਕ ਵਾਰ ਇਹ ਲਿਖਤਾ ਚਾਹੇ, ਤਾਂ ਬੋਲ ਕੇ ਦਿਖਾਓ ਕੀ ਬਣ ਗਿਆ। The sale of cars reached its pinnacle, zenith, acme, summit ਜਾਂ apex at 85% in 1996। ਹੁਣ ਇੱਕ ਬਹੁਤ ਵੱਡੀ ਗਲਤੀ ਤੋਂ ਬਚੋ ਸਟੂਡੈਂਟਸ। ਕਈ ਸਟੂਡੈਂਟਸ ਕੀ ਕਰਦੇ ਨੇ, ਰੀਚ ਤੋਂ ਤੁਰੰਤ ਬਾਅਦ ਐਟ ਲਿਖ ਦਿੰਦੇ ਨੇ। ਤੁਸੀਂ ਯਾਦ ਰੱਖਣਾ, ਰੀਚ ਤੋਂ ਤੁਰੰਤ ਬਾਅਦ ਐਟ ਨਹੀਂ ਲਿਖਣਾ। ਜਦੋਂ ਕਿਸੇ ਸਥਾਨ ਤੇ ਕੋਈ ਚੀਜ਼ ਪਹੁੰਚ ਜਾਂਦੀ ਹੈ, ਕੋਈ ਇਨਸਾਨ ਪਹੁੰਚਦਾ ਹੈ, ਤਾਂ ਰੀਚ ਤੋਂ ਬਾਅਦ ਜੇ ਉਸ ਪਲੇਸ ਦਾ ਜ਼ਿਕਰ ਅਸੀਂ ਐਟ ਨਹੀਂ ਲਿਖਦੇ। ਮੈਂ ਇਹਨੂੰ ਅਲੱਗ ਤੋਂ ਵੀ ਸਮਝਾਉਣਾ। ਮੰਨ ਲਓ ਆਪਾਂ ਕਹਿਣਾ ਹੋਵੇ ਮੈਂ ਬੱਸ ਸਟੈਂਡ ਪਹੁੰਚ ਗਿਆ, ਕਈ ਸਟੂਡੈਂਟਸ ਐਦਾਂ ਲਿਖ ਦੇਣਗੇ ਆਈ ਰੀਚਡ ਐਟ ਦਾ ਬੱਸ ਸਟੈਂਡ, ਆਈ ਬੋਲ ਦੇਣਗੇ ਸਪੋਕਨ 'ਚ, ਜਾਂ ਲਿਖ ਦੇਣਗੇ ਆਈ ਰੀਚਡ ਐਟ ਦਾ ਬੱਸ ਸਟੈਂਡ। ਇਹ ਗਲਤ ਹੈ ਸੈਂਟੈਂਸ, ਦਿਸ ਸੈਂਟੈਂਸ ਇਜ਼ ਰੋਂਗ। ਜਦੋਂ ਕਿਸੇ ਸਥਾਨ ਤੇ ਪਹੁੰਚਣਾ ਹੋਵੇ ਤਾਂ ਉਸ ਵਕਤ ਅਸੀਂ ਪਲੇਸ ਦਾ ਜ਼ਿਕਰ ਆਵੇ ਨਾਲ, ਰੀਚ ਤੋਂ ਬਾਅਦ ਅਸੀਂ ਐਟ ਨਹੀਂ ਲਿਖਦੇ, ਸਿੱਧਾ ਨਾਮ ਲਿਖਦੇ ਹਾਂ। ਸਿੱਧਾ ਕੀ ਕਹਾਂਗੇ, ਆਈ ਰੀਚਡ ਦ ਬੱਸ ਸਟੈਂਡ, ਆਈ ਰੀਚਡ ਦ, ਕੁਝ ਵੀ ਆ ਸਕਦਾ, ਦ ਰੇਲਵੇ ਸਟੇਸ਼ਨ। ਤਾਂ ਰੀਚ ਤੋਂ ਬਾਅਦ ਅਸੀਂ ਇੱਥੇ ਐਟ ਨਹੀਂ ਲਿਖਣਾ। ਇਹ ਯਾਦ ਰੱਖਣੀ ਹੈ ਸਟੂਡੈਂਟਸ ਗੱਲ ਆਪਾਂ ਨੇ। ਰੀਚ ਤੋਂ ਬਾਅਦ ਜੇ ਜ਼ਿਕਰ ਉਸ ਜਗ੍ਹਾ ਦਾ ਹੋ ਰਿਹਾ, ਮੈਂ ਫੇਰ ਕਹਿ ਰਿਹਾ ਪਲੇਸ ਦਾ ਜ਼ਿਕਰ ਹੋ ਰਿਹਾ, ਤਾਂ ਪਲੇਸ ਤੇ ਰੀਚ ਦੇ ਵਿਚਕਾਰ ਅਸੀਂ ਐਟ ਨਹੀਂ ਲਿਖਦੇ। ਹੁਣ ਤੁਸੀਂ ਕਹੋਗੇ ਇੱਥੇ ਲਿਖਿਆ, ਇਹ ਬਾਅਦ ਦੀ ਗੱਲ ਹੈ। ਆ ਜਿਹੜਾ ਐਟ ਲਿਖਿਆ ਇਹਦਾ ਰੀਚ ਨਾਲ ਕੋਈ ਲੈਣਾ ਦੇਣਾ ਨਹੀਂ, ਰੀਚ ਤੇ ਇੱਥੇ ਮੁੱਕ ਗਿਆ ਬਸ। ਇਹ ਤਾਂ ਪੀਕ ਤੋਂ ਬਾਅਦ ਦੱਸਣਾ ਪਿਆ ਵੀ ਪੀਕ ਕਿੱਥੇ ਹੈ, 85% ਤੇ ਪੀਕ ਹੈ। ਅੱਛਾ ਸਟੂਡੈਂਟਸ, ਆਈ ਹੋਪ ਤੁਹਾਨੂੰ ਸਮਝ ਆ ਗਿਆ। ਹੁਣ ਆਪਾਂ ਕੰਮ ਕਰਦੇ ਹਾਂ, ਥੋੜੀ ਜਿਹੀ ਵੈਰਾਈਟੀ ਤੇ ਹੋਰ ਕੰਮ ਕਰਦੇ ਹਾਂ। ਇੱਕ ਤਾਂ ਆਪਾਂ ਲਿਖ ਲਿਆ ਸੀ ਦਾ ਸੇਲ ਆਫ ਕਾਰਸ ਰੀਚਡ ਇਟਸ ਪੀਕ। ਪੀਕ ਸ਼ਬਦ ਪਹਿਲਾਂ ਲਿਖ ਲਿਆ। ਤੁਸੀਂ ਇਹਨੂੰ ਐਂ ਵੀ ਕਹਿ ਸਕਦੇ ਸੀ, ਲਿਖੋ ਚਾਹੇ ਉੱਪਰ ਲਿਖ ਲਓ ਸੈਕਿੰਡ ਮੈਥਡ, ਥੋੜਾ ਜਿਹਾ ਈਜ਼ੀ ਰਹੂਗਾ। ਲਿਖ ਲਓ ਉੱਪਰ ਕੀ ਲਿਖਣਾ ਹੈ, ਸੈਕਿੰਡ ਮੈਥਡ। ਇਸੇ ਗੱਲ ਨੂੰ ਕਹਿਣ ਦਾ ਇੱਕ ਵੇ ਹੋ ਰਿਹਾ, ਇੱਕ ਮੈਥਡ ਹੋ ਰਿਹਾ। ਲਿਖੋ ਆਪਾਂ ਇਹ ਵੀ ਕਹਿ ਸਕਦੇ ਹਾਂ ਦ ਸੇਲ ਆਫ ਕਾਰਸ, ਜੋ ਕਾਰਾਂ ਦੀ ਸੇਲ ਹੈ ਉਹ ਕੀ ਹੈ, ਰੀਚਡ, ਪਹੁੰਚ ਗਈ। ਦ ਸੇਲ ਆਫ ਕਾਰਸ ਰੀਚਡ, ਕਿੱਥੇ ਪਹੁੰਚ ਗਈ, 85%। ਇੱਥੇ ਐਟ ਨਹੀਂ ਲਿਖਣਾ, 85 ਦਾ ਜ਼ਿਕਰ ਪਹਿਲਾਂ ਕਰਤਾ। ਸੇਲ 85 ਤੇ ਪਹੁੰਚ ਗਈ ਇਨ 1996 ਦੇ ਵਿੱਚ, ਜੋ ਕਿ ਇਹਦੀ ਪੀਕ ਸੀ। ਜਿਹੜਾ ਪੀਕ ਸ਼ਬਦ ਹੈ ਉਹਨੂੰ ਜੋ ਕਿ ਵਿੱਚ ਨਾਲ ਜੋੜ ਸਕਦੇ ਹੋ, ਤੇ ਇਹਨੂੰ ਕਹਿ ਸਕਦੇ ਸੀ ਵਿਚ ਵਾਸ। ਇਹਦੇ ਨਾਲ ਵੀ ਥੋੜੀ ਜਿਹੀ ਕੰਪਲੈਕਸਿਟੀ ਆ ਜਾਂਦੀ ਹੈ। ਵਿਚ ਵਾਸ ਇਟਸ ਪੀਕ, ਪੀਕ ਨੂੰ ਚਾਹੇ ਤੁਸੀਂ ਪਿਨੈਕਲ ਕਹਿ ਲਓ ਜਾਂ ਜ਼ੇਨਿਥ ਕਹਿ ਲਓ, ਤੁਹਾਡੀ ਇੱਛਾ। ਸੋ ਚਾਹੇ ਤਾਂ ਇਹਨੂੰ ਇੱਧਰ ਲਿਖ ਦਿਓ, ਚਾਹੇ ਇਹਨੂੰ ਵਿੱਚ ਨਾਲ ਲਿਖ ਦਿਓ, ਵੈਰਾਈਟੀ ਹੈ। ਤਾਂ ਬੋਲ ਕੇ ਦਿਖਾਓ ਕੀ ਬਣ ਗਿਆ, ਦ ਸੇਲ ਆਫ ਕਾਰਸ ਰੀਚਡ 85% in 1996 which was its pinnacle। ਅਗਲੀ ਚੀਜ਼ ਇਧਰ ਲਿਖ ਲਓ ਥਰਡ ਮੈਥਡ। ਇੱਕ ਮੈਥਡ ਮੈਂ ਹੋਰ ਦੱਸ ਦੇਣਾ ਬਸ, ਕਿਉਂ, ਕਿਉਂਕਿ ਵੈਰਾਈਟੀ ਆਉਂਦੀ ਹੈ ਇਹਦੇ ਨਾਲ। ਹੁਣੇ ਹੁਣੇ ਆਪਾਂ ਕੀ ਲਿਖਿਆ ਤੇ ਰੀਚ ਵਰਡ ਲਿਖਿਆ, ਪਹੁੰਚਣ ਦੀ ਇੰਗਲਿਸ਼ ਲਿਖੀ ਹੈ। ਇੱਕ ਨਾ ਵਰਡ ਹੈ ਪੀਕ। ਤੁਸੀਂ ਪੀਕ ਸ਼ਬਦ ਨੂੰ ਸਿੱਧਾ ਵਰਬ ਦੇ ਤੌਰ ਤੇ ਯੂਜ਼ ਕਰ ਸਕਦੇ ਹੋ। ਪੀਕ ਵਰਡ ਦੇ ਨਾਲ ਹੀ ਤੁਸੀਂ ਸੈਕਿੰਡ ਫਾਰਮ ਲਗਾ ਸਕਦੇ ਹੋ, ਪੀਕਡ ਬਣਾ ਸਕਦੇ ਹੋ। ਆ ਇਹਦੀ ਸੈਕਿੰਡ ਫਾਰਮ ਆ ਗਈ। ਥਰਡ ਫਾਰਮ ਵੀ ਇਹਦੀ ਪੀਕਡ ਹੁੰਦੀ ਹੈ।
ਤੁਸੀਂ ਰੀਚ ਲਿਖਣ ਦੀ ਲੋੜ ਹੀ ਨਹੀਂ, ਸਿੱਧਾ ਪੀਕ ਸ਼ਬਦ ਨੂੰ ਹੀ ਵਰਬ ਦੇ ਤੌਰ ਤੇ ਯੂਜ਼ ਕਰ ਲਓ। ਪੀਕ ਮੈਨੇ ਇੱਕ ਤਾਂ ਸਿਖਰ ਹੁੰਦਾ ਹੈ, ਇੱਕ ਪੀਕ ਨੂੰ ਜਦੋਂ ਅਸੀਂ ਵਰਬ ਦੇ ਤੌਰ ਤੇ ਯੂਜ਼ ਕਰਦੇ ਹਾਂ ਇਹਦਾ ਮਤਲਬ ਹੁੰਦਾ ਹੈ ਸਿਖਰ ਤੇ ਪਹੁੰਚਣਾ। ਮੈਂ ਇੱਥੇ ਲਿਖੀ ਦਿੰਦਾ ਪੀਕ ਦਾ ਮਤਲਬ ਕੀ ਹੁੰਦਾ ਹੈ, ਪੀਕ ਵਰਬ ਵੀ ਹੈ, ਇਹਦਾ ਮਤਲਬ ਸਿਖਰ ਤੇ ਪਹੁੰਚਣਾ ਵੀ ਹੁੰਦਾ ਹੈ। ਤਾਂ ਪਹੁੰਚਣ ਦੀ ਇੰਗਲਿਸ਼ ਵਿੱਚ ਹੀ ਆ ਗਈ ਬਸ। ਤਾਂ ਤੁਸੀਂ ਐਂ ਕਹਿ ਸਕਦੇ ਸੀ, ਲਿਖੋ ਦ ਸੇਲ ਆਫ ਕਾਰਸ, ਲਿਖੋ ਸਟੂਡੈਂਟਸ ਦ ਸੇਲ ਆਫ ਕਾਰਸ ਪੀਕਡ, ਬਸ ਪੀਕਡ ਐਟ, ਇਹ ਤੋਂ ਬਾਅਦ ਤਾਂ ਐਟ ਲਾਉਣਾ ਹੀ ਪਏਗਾ, ਪੀਕਡ ਐਟ 85%। ਕਦੋਂ? ਇਨ 1996 ਦੇ ਵਿੱਚ। ਪਰ ਜਦੋਂ ਰੀਚ ਆ ਜਾਏ, ਰੀਚ ਤੋਂ ਤੁਰੰਤ ਬਾਅਦ ਅਸੀਂ ਐਟ ਨਹੀਂ ਲਿਖਦੇ, ਉਹ ਰੂਲ ਰੀਚ ਤੇ ਅਪਲਾਈ ਹੁੰਦਾ ਤੇ ਆਪਾਂ ਇਦਾਂ ਵੀ ਲਿਖ ਸਕਦੇ ਹਾਂ। तो मैं उम्मीद करदा स्टूडेंट्स ਨੂੰ समझ आ गई चीज। ਹੁਣ ਉੱਪਰ ਹੈਡਿੰਗ ਪਾ ਲਓ ਸਟੂਡੈਂਟਸ ਵੋਕੈਬ 3। ਆਪਾਂ ਪਹਿਲਾਂ ਪੜਿਆ ਵੀ ਜਦੋਂ ਕੋਈ ਚੀਜ਼ ਹਾਈਐਸਟ ਫਿਗਰ ਤੇ ਪਹੁੰਚ ਜੇ, ਪੀਕ ਤੇ ਪਹੁੰਚ ਜੇ, ਉਹਦੇ ਲਈ ਕੁਝ ਆਪਾਂ ਵੋਕੈਬਲਰੀ ਪੜ੍ਹੀ, ਕੁਝ ਐਕਸਪ੍ਰੈਸ਼ਨਸ ਪੜ੍ਹੇ। ਜੇ ਕੋਈ ਚੀਜ਼ ਬਿਲਕੁਲ ਹੇਠਾਂ ਪਹੁੰਚ ਜੇ ਤਾਂ ਉਹਨੂੰ ਆਪਾਂ ਕੀ ਕੁਝ ਕਹਿ ਸਕਦੇ ਹਾਂ। ਇੱਥੇ ਕੋਈ ਖਾਸ ਸ਼ਬਦ ਨਹੀਂ ਹੈਗੇ, ਇਹਨੂੰ ਸਿੰਪਲੀ ਲਿਖਦੇ ਨੇ, ਲਿਖੋ मान लो ये सेल है कारां दी, तो आप इधर लिख देने द सेल ऑफ कार्स, द सेल ऑफ कार्स, जो कारां दी सेल है। रीच्ड पहुंच गई, किथे पहुंच गई, चाहे तो पहला 5% लिख दो, रीच्ड 5%। मैं फिर कह रहा रीच तो तुरंत बाद जो कोई चीज किथे पहुंचती है, इथे एट नहीं लिखना। इन 2001 दे विच असी कहता इन 2001, जो कि ਇਹਦਾ ਸਭ ਤੋਂ ਹੇਠਲਾ ਪੁਆਇੰਟ ਸੀ। ਤਾਂ ਇਹਨੂੰ ਆਪਾਂ ਇਹ ਕਹਿ ਦਿੰਦੇ which was, ਬਾਅਦ ਚ ਜੋੜ ਦੋ, which was its ਲੋਐਸਟ ਪੁਆਇੰਟ ਕਹਿ ਲਓ ਜਾਂ ਲੋਐਸਟ ਫਿਗਰ ਕਹਿ ਲਓ। ਤੁਸੀਂ ਲੋਐਸਟ ਫਿਗਰ ਦੀ ਬਜਾਏ ਬਾਟਮ ਸ਼ਬਦ ਵੀ ਯੂਜ਼ ਕਰ ਸਕਦੇ ਹੋ, which was its bottom। ਹੁੰਦੇ ਹੋਰ ਵੀ ਨੇ ਸ਼ਬਦ, ਬਟ ਕੁਝ ਸ਼ਬਦ ਇਹੋ ਜਿਹੇ ਹੁੰਦੇ ਨੇ ਮੈਂ ਉਹ ਨਹੀਂ ਕਰਵਾ ਰਿਹਾ ਤੁਹਾਨੂੰ ਇੱਥੇ। ਕਿਉਂ? ਕਿਉਂਕਿ ਉਹ ਕਿਸੇ ਖਾਸ ਸਿਚੁਏਸ਼ਨ 'ਚ ਲੱਗਦੇ ਨੇ ਤੇ ਮੈਨੂੰ ਡਰ ਹੈ ਕਿ ਤੁਸੀਂ ਉਹਨਾਂ ਨੂੰ ਪਤਾ ਨਹੀਂ ਕਿੱਥੇ ਯੂਜ਼ ਕਰ ਲਓ, ਤੁਹਾਡੇ ਬੈਂਡ ਘਟ ਸਕਦੇ ਨੇ। ਇਸ ਕਰਕੇ ਮੈਂ ਉਹੀ ਚੀਜ਼ ਕਰਵਾਉਂਗਾ ਜੋ ਚੀਜ਼ ਤੁਸੀਂ ਡਾਈਜੈਸਟ ਕਰ ਸਕਦੇ ਹੋ, ਸਮਝ ਸਕਦੇ ਹੋ ਤੇ ਗਲਤੀ ਦੇ ਚਾਂਸਸ ਨਹੀਂ ਹੋਣਗੇ। ਤਾਂ ਇਹਦੇ ਲਈ ਇੰਨਾ ਹੀ ਲਿਖ ਦਿਓ, the sale of cars reached 5% in 2001 which was its lowest figure। ਇੰਨਾ ਬਹੁਤ ਹੈ, ਇਹਦੇ ਨਾਲ ਵੀ ਸਾਡਾ ਸੈਂਟੈਂਸ ਅੱਛਾ ਬਣ ਗਿਆ। ਹਾਂ ਉਹ ਅਲੱਗ ਚੀਜ਼ ਹੈ ਕਿ ਤੁਸੀਂ ਵਿਚ ਨਾਲ ਨਹੀਂ ਬਣਾਉਣਾ ਤਾਂ ਸੈਂਟੈਂਸ ਨੂੰ ਇਦਾਂ ਵੀ ਬਣਾ ਸਕਦੇ ਸੀ, ਲਿਖੋ the sale of cars reached its bottom। bottom ਸ਼ਬਦ ਪਹਿਲਾਂ ਲਿਖ ਦਿਓ, the sale of cars reached its bottom। ਇੱਥੇ ਐਟ ਨਹੀਂ ਆਊਗਾ, ਮੈਂ ਫੇਰ ਕਹਿ ਰਿਹਾ ਰੀਚ ਤੋਂ ਤੁਰੰਤ ਬਾਅਦ ਇੱਥੇ ਬਾਟਮ ਤੋਂ ਬਾਅਦ ਐਟ ਆ ਸਕਦਾ। ਐਟ ਕਿੱਥੇ, ਕਿੱਥੇ ਬਾਟਮ ਕਿੱਥੇ ਹੈ, ਬਾਅਦ ਚ ਇਹਨੂੰ ਪੂਰਾ ਕਰਨਾ ਪਊਗਾ। at 5% in 2001 ਦੇ ਵਿੱਚ। ਤਾਂ ਸਟੂਡੈਂਟਸ ਇੱਥੇ ਵੀ ਐਟ ਪਾ ਦਿੰਦੇ ਨੇ, ਇੱਥੇ ਐਟ ਨਹੀਂ ਆਏਗਾ। ਹੁਣ ਉੱਪਰ ਹੈਡਿੰਗ ਪਾ ਲਓ ਸਟੂਡੈਂਟਸ ਵੋਕੈਬ ਨੰਬਰ 4। ਵੋਕੈਬ ਨੰਬਰ 4 ਦੇ ਵਿੱਚ ਆਪਾਂ ਕਰਨ ਜਾ ਰਹੇ ਹਾਂ, ਮੰਨ ਲਓ ਕਿਸੇ ਚੀਜ਼ ਦੇ ਵਿੱਚ ਉਤਾਰ ਚੜ੍ਹਾਅ ਆ ਜਾਣ। ਮੰਨ ਲਓ ਇਹ ਸੇਲ ਹੈ ਕਾਰਾਂ ਦੀ, 20% ਤੋਂ ਸ਼ੁਰੂ ਹੋਈ, ਕਦੇ ਵੱਧ ਗਈ ਘਟ ਗਈ, ਵੱਧ ਗਈ ਘਟ ਗਈ, ਇਹਦੇ ਵਿੱਚ ਉਤਾਰ ਚੜ੍ਹਾਅ ਆਏ ਨੇ। ਤਾਂ ਇਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕਿਵੇਂ ਕਿਵੇਂ ਕਹਿ ਸਕਦੇ ਹਾਂ, ਆਓ ਆਪਾਂ ਲਿਖੀਏ। ਤਾਂ ਸਟੂਡੈਂਟਸ ਦੇਖੋ, ਇੱਕ ਤਾਂ ਇਹਨੂੰ ਅਸੀਂ ਇਦਾਂ ਕਹਿ ਸਕਦੇ ਹਾਂ, ਲਿਖੋ the sale of cars, let's suppose ਇਹ ਕਾਰਾਂ ਦੀ ਸੇਲ ਹੈ, the sale of cars showed, ਇਹਨੇ ਕੀ ਦਿਖਾਏ, ups and downs। ਇਹ ਸਟੂਡੈਂਟਸ ਨੂੰ ਆਉਂਦਾ ਹੁੰਦਾ ਵਰਡ ups and downs। ਜਾਂ ਮੈਂ ਦੇਖਿਆ ਅਪਸ ਐਂਡ ਡਾਊਨਸ ਦੀ ਬਜਾਏ ਈਜ਼ੀਲੀ ਸਟੂਡੈਂਟਸ ਲਿਖ ਦਿੰਦੇ ਨੇ ਫਲਕਚੁਏਸ਼ਨਸ। ਜੀ ਬਿਲਕੁਲ ਠੀਕ ਹੈ, ਉਤਾਰ ਚੜਾਅ ਦੀ ਇੰਗਲਿਸ਼ ਫਲਕਚੁਏਸ਼ਨਸ ਆ ਗਈ ਤੇ ਅਪਸ ਐਂਡ ਡਾਊਨਸ ਆ ਗਈ, ਕਰੈਕਟ। ਮੈਂ ਇੱਥੇ ਇੱਕ ਦੋ ਨਵੀਆਂ ਦੱਸਦਾ, ਦੇਖ ਲਿਓ। ਅੱਗੇ ਚਲੋ ਆਪਾਂ ਸੈਂਟੈਂਸ ਲਿਖਦੇ ਨੇ ਬਿਟਵੀਨ, ਅਕਸਰ ਇਹਦੇ ਨਾਲ ਅਸੀਂ ਫਿਗਰਸ ਲਿਖਦੇ ਹੁੰਦੇ ਹਾਂ, ਬਿਟਵੀਨ 20% ਐਂਡ 35%। ਇਹ ਤਾਂ ਫਿਲਹਾਲ ਸਟੂਡੈਂਟਸ ਆਪਾਂ कॉमन वोकैबुलरी पढ़ रहे हैं, बाद आप सेंटेंसेस पढ़ांगे, कॉम्प्लैक्स सेंटेंसेस जो ग्राफ यूज करांगे, फिर आप ग्राफ करांगे। तुसी ऐदा ही लिखदा करो, कोई प्रॉब्लम नहीं। पर ना अप्स एंड डाउन्स ते फ्लक्चुएशंस तो बिना एक तां असी आ बहुत यूज कर लेने हैं,
vicissitudes, हाँ जी काफ़ी ਚੱਲਦਾ स्टूडेंट्स ਇਹ vicissitudes ਇਹਨੂੰ ਨੋਟ ਕਰ ਲਓ। vicissitudes ਦਾ ਮਤਲਬ ਵੀ ਹੁੰਦਾ ਉਤਾਰ ਚੜਾਵ। ਇਹ ਆਮ ਵੀ ਆਪਾਂ ਯੂਜ਼ ਕਰਦੇ ਹਾਂ। ਆਪਾਂ ਕਹਿਣਾ ਵੀ ਉਹਦੇ ਪਰਿਵਾਰ ਨੇ ਬਹੁਤ ਉਤਾਰ ਚੜਾ ਦੇਖਿਆ ਲਾਈਫ ਦੇ ਵਿੱਚ। his family has seen many vicissitudes in life। vicissitudes 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 ਦੋ ਵਾਰੀ ਫੇਰ ਬੋਲਦਾ ਮੈਂ vicissitudes ਤੇ vicissitudes। ਤੁਸੀਂ ਵੀ ਬੋਲੋ ਕੀ ਕਿਹਾ ਮੈਨੇ ਇਹ vicissitudes। ਚੱਲਦੇ ਆ ਸਟੂਡੈਂਟਸ vicissitudes ਤੋਂ ਬਿਨਾ ਤੁਸੀਂ ਇਹ ਵੀ ਲਿਖ ਸਕਦੇ ਹੋ ਕਿ ਕਾਰਾਂ ਦੀ ਸੇਲ ਨੇ ਕੀ ਦਿਖਾਇਆ। ਟ੍ਰੈਂਡ ਸ਼ਬਦ ਨਾਲ ਲਿਖ ਸਕਦੇ ਹੋ ਅ ਫਲਕਚੁਏਟਿੰਗ ਟ੍ਰੈਂਡ ਦਿਖਾਇਆ। ਫਲਕਚੁਏਸ਼ਨਸ ਹੁੰਦੀਆਂ ਨੇ ਉਤਾਰ ਚੜਾਵ ਤੇ ਫਲਕਚੁਏਟਿੰਗ ਟ੍ਰੈਂਡ ਹੁੰਦਾ ਹੈ ਉਹ ਟ੍ਰੈਂਡ ਜਿਹਦੇ ਵਿੱਚ ਉਤਾਰ ਚੜਾਵ ਬਹੁਤ ਹੋਣ। ਟ੍ਰੈਂਡ ਦੇ ਮੂਹਰੇ ਜਿਹੜਾ ਸ਼ਬਦ ਲਿਖਾਂਗੇ ਉਹ ਅਸੀਂ ਲਿਖਾਂਗੇ ਫਲਕਚੁਏਟਿੰਗ ਟ੍ਰੈਂਡ। ਠੀਕ ਹੈ ਤੇ ਫਲਕਚੁਏਟਿੰਗ ਟ੍ਰੈਂਡ ਨੂੰ ਅਸੀਂ ਇਹ ਵੀ ਕਹਿ ਸਕਦੇ ਹਾਂ ਐਨ ਇਰੈਟਿਕ ਟ੍ਰੈਂਡ। ਸਟੂਡੈਂਟਸ ERRATIC ਐਨ erratic trend। बोल के दिखाओ की है the sale of cars showed an erratic trend। ਜਾਂ ਇਹ ਵੀ ਕਹਿ ਸਕਦੇ ਹੋ the sale of cars showed ਦੀ ਬਜਾਏ followed a zigzag path। हाँ zigzag trend भी ਹੁੰਦਾ है zigzag path भी ਹੁੰਦਾ है, दोनों लिख लो। चाहे ਜੇ ਤਾਂ trend ਲਿਖਣਾ ਹੈ ਤਾਂ show ਲਿਖ ਦਿਆ ਕਰੋ, ਜੇ path ਲਿਖਣਾ ਹੈ ਤਾਂ path ਨੂੰ ਕੋਈ ਚੀਜ਼ follow ਕਰਦੀ ਹੈ ਤਾਂ ਆ ਵੀ ਚੀਜ਼ ਹੈ। the sale of cars showed a zigzag trend। trend ਨਹੀਂ ਲਿਖਣਾ ਤਾਂ ਐਦਾਂ ਕਹਿ ਲਓ the sale of cars showed ਕੱਟ ਕੇ followed a zigzag path। zigzag ਦਾ ਮਤਲਬ ਹੁੰਦਾ ਹੈ ਟੇਢਾ ਮੇਢਾ। ਕੁਝ ਹੋਰ ਵੀ ਨੇ ਬਟ ਸਾਡਾ ਐਨੇ ਨਾਲ ਸਟੂਡੈਂਟਸ ਈਜ਼ੀਲੀ ਉੱਥੇ ਕੰਮ ਹੋ ਜਾਣਾ ਹੈ। ਇੱਕ ਕੰਮ ਹੋਰ ਕਰੋ, ਤੁਸੀਂ ਚਾਹੋ ਤਾਂ ਇਹਨੂੰ ਸਿੱਧਾ ਵਰਬ ਨਾਲ ਵੀ ਯੂਜ਼ ਕਰ ਸਕਦੇ ਹੋ। ਕਿਵੇਂ ਲਿਖੋ ਆਪਾਂ ਇਹਨੂੰ ਇਦਾਂ ਵੀ ਕਹਿ ਸਕਦੇ ਹਾਂ the sale of cars, the sale of cars। ਠੀਕ ਹੈ fluctuated, fluctuate ਇੱਕ ਸ਼ਬਦ ਹੁੰਦਾ ਹੈ। fluctuate ਦਾ ਮਤਲਬ ਹੀ ਹੁੰਦਾ ਹੈ ਉਤਾਰ ਚੜਾਵ ਦਿਖਾਉਣਾ, ਉਤਾਰ ਚੜਾਵ ਹੋਣੇ। fluctuate verb ਹੈ ਉਹਦੇ ਨਾਲ ਸਿੱਧੀ ਸੈਕਿੰਡ ਫਾਰਮ ਲਗਾਤੀ fluctuated between 20% and 35%। ਸੋ ਯਾਦ ਰੱਖੋ ਸਟੂਡੈਂਟਸ ਮੈਂ ਇੱਥੇ ਤੁਹਾਨੂੰ ਕਲੀਅਰ ਕਰਦਾ। ਵੈਸੇ ਤਾਂ ਬਹੁਤ ਸਾਰੇ ਸਟੂਡੈਂਟਸ ਨੂੰ ਕਲੀਅਰ ਹੀ ਇਹ। ਜੇ ਤਾਂ ਆਪਾਂ ਕੱਲਾ ਉਤਾਰ ਚੜਾਵ ਕਹਿਣਾ ਹੈ ਦਿਖਾਉਣ ਦੀ ਇੰਗਲਿਸ਼ ਅੱਡ ਲਿਖਣੀ ਹੈ ਤਾਂ ਕੀ ਬਣ ਗਿਆ showed fluctuations। fluctuations ਨਾਉਨ ਹੈ। ਜੇ ਆਪਾਂ ਕਹਿਣਾ ਵੇ ਉਤਾਰ ਚੜਾਵ ਵਾਲਾ ਟ੍ਰੈਂਡ ਦਿਖਾਇਆ ਤਾਂ ਕੀ ਕਵਾਂਗੇ showed a fluctuating trend। ਤੇ ਜੇ ਆਪਾਂ ਸਿੱਧੀ ਵਰਬ ਲਿਖਣੀ ਹੋਵੇ ਤਾਂ ਉਹ ਤੁਸੀਂ fluctuate ਨੂੰ ਸਿੱਧਾ ਵਰਬ ਦੇ ਤੌਰ ਤੇ ਯੂਜ਼ ਕਰ ਸਕਦੇ ਹੋ। ਸੋ fluctuations means ਉਤਾਰ ਚੜਾਵ ਤੇ ਜੇ ਆਪਾਂ ਕਹਿਣਾ ਵੇ ਉਤਾਰ ਚੜਾਵ ਵਾਲਾ ਟ੍ਰੈਂਡ ਤਾਂ ਕੀ ਕਵਾਂਗੇ fluctuating trend, fluctuating trend। ਤੇ ਜੇ ਆਪਾਂ ਸਿੱਧੀ ਵਰਬ ਯੂਜ਼ ਕਰਨੀ ਹੈ ਤਾਂ ਕੀ ਕਵਾਂਗੇ fluctuate। ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ। ਚੱਲਦੇ ਹਾਂ ਸਟੂਡੈਂਟਸ ਹੁਣ ਵੋਕੈਬ ਨੰਬਰ 5 ਦੇ ਉੱਪਰ ਵਧਣਾ ਤੇ ਘਟਣਾ ਦੀ ਇੰਗਲਿਸ਼। ਮੂਵਿੰਗ ਚਾਰਟਸ ਦੇ ਵਿੱਚ ਸਾਲ ਦਿੱਤੇ ਹੋਣਗੇ ਉੱਥੇ ਕੋਈ ਚੀਜ਼ ਵਧੇਗੀ ਘਟੇਗੀ ਵਧੇਗੀ ਘਟੇਗੀ ਤਾਂ ਵਧਣਾ ਘਟਣਾ ਦੀ ਇੰਗਲਿਸ਼ ਸਾਨੂੰ ਆਉਣੀ ਚਾਹੀਦੀ ਹੈ ਤੇ ਇਹ ਆਪਾਂ ਪੜਨ ਜਾ ਰਹੇ ਹਾਂ ਵਰਬਸ। ਤਾਂ ਦੇਖੀਏ ਵਧਣ ਦੇ ਲਈ ਸਟੂਡੈਂਟਸ ਪਹਿਲਾ ਵਰਡ ਲਿਖ ਲਓ ਇਨਕਰੀਜ਼ ਜੋ ਕਿ ਤੁਹਾਨੂੰ ਆਉਂਦਾ ਹੀ ਹੈ। ਮੈਂ ਇੱਥੇ ਕਾਫੀ ਵਰਡਸ ਨਹੀਂ ਦੱਸੂਗਾ ਕਿਉਂਕਿ ਮੇਰਾ ਐਕਸਪੀਰੀਅੰਸ ਹੈ ਬਹੁਤ ਸਾਰੇ ਜੇ ਆਪਾਂ ਵਰਡਸ ਦੱਸਦੇ ਨੇ ਤਾਂ ਸਟੂਡੈਂਟਸ ਉਹਨਾਂ ਨੂੰ ਮਿਸਯੂਜ਼ ਕਰਨਾ ਸ਼ੁਰੂ ਕਰ ਦਿੰਦੇ ਨੇ, ਹੋਰ ਹੀ ਪਾਸੇ ਗਲਤ ਲਿਖੀ ਜਾਣਗੇ। ਤਾਂ ਮੈਂ ਤੁਹਾਨੂੰ ਉਹ ਕਰਵਾਉਂਗਾ ਜਿਹਦੇ ਨਾਲ ਤੁਹਾਡੇ ਬੈਂਡ ਵੀ ਅੱਛੇ ਆਉਣਗੇ ਪਲੱਸ ਜੋ ਮੈਂ ਕਰਵਾਉਂਗਾ ਇਸ ਤੋਂ ਬਾਅਦ ਤੁਹਾਨੂੰ ਇਹਦੀ ਲੋੜ ਨਹੀਂ ਪਏਗੀ। ਇਨਕਰੀਜ਼ ਤੋਂ ਬਾਅਦ ਅਗਲਾ ਸ਼ਬਦ ਲਿਖ ਲਓ ਰਾਈਜ਼। ਨੈਕਸਟ ਵਰਡ ਇਜ਼ ਰਾਈਜ਼। ਕਲਾਈਮ CLIMB, climb means we ਵਧਣਾ। Next is hike, HIKE, hike। ਵੈਸੇ ਤਾਂ ਇੰਨੇ ਮੁੱਕਦੇ ਨਹੀਂ ਸਾਨੂੰ, 3-4 ਵਰਡਸ ਬਹੁਤ ਹੁੰਦੇ ਨੇ ਗ੍ਰਾਫ ਦੇ ਵਿੱਚ। ਚਲੋ ਤੁਸੀਂ ਐਸਕਲੇਟ ਵੀ ਲਿਖ ਲਓ, ਇਹ ਵੀ ਸਟੂਡੈਂਟਸ ਕਾਫੀ ਲਿਖਦੇ ਹਨ ESCALATE, ਐਸਕਲੇਟ। ਤੇ ਇੱਕ ਮੈਂ ਹੋਰ ਲਿਖ ਦੇਣਾ ਇੱਥੇ, ਚਲੋ ਜੀ ਗੋ ਅਪ।
ਗੋ ਅਪ ਦਾ ਮਤਲਬ ਵੀ ਕੀ ਆ ਗਿਆ ਸਟੂਡੈਂਟਸ, ਵਧਣਾ ਆ ਗਿਆ। ਸੋ ਇਹ ਸਾਡੇ ਲਈ ਇਨਫ ਨੇ, ਇਸ ਤੋਂ ਬਾਅਦ ਸਾਨੂੰ ਲੋੜ ਨਹੀਂ ਪਏਗੀ। ਸੈਂਟੈਂਸ ਮੈਂ ਬਣਾ ਕੇ ਦਿਖਾਊਂਗਾ। ਹੁਣ ਆਪਾਂ ਚੱਲਦੇ ਹਾਂ ਘਟਨ ਦੀ ਇੰਗਲਿਸ਼ ਦੇ ਲਈ। ਤਿੰਨ ਚਾਰ ਵਰਡਸ ਸਾਨੂੰ ਮੁੱਕਦੇ ਨਹੀਂ। ਫਸਟ ਵਰਡ ਲਿਖ ਲਓ ਡਿਕਰੀਜ਼, DECREASE। ਨੈਕਸਟ ਇਜ਼ decline, DECLINE, decline। next is drop, DROP, drop। ਤੇ ਇੱਕ ਹੋਰ ਲਿਖ ਲਓ ਸਟੂਡੈਂਟਸ fall। ਬਸ ਇਹ ਸਾਨੂੰ ਬਹੁਤ ਨੇ, ਹੁੰਦੇ ਹੋਰ ਵੀ ਨੇ, ਕੋਈ ਪਲਮਟ ਹੁੰਦਾ ਹੈ, ਪਲੰਜ ਹੁੰਦਾ ਹੈ, ਉਹ ਮੈਂ ਨਹੀਂ ਲਿਖਦਾ ਇੱਥੇ। ਬਹੁਤ ਗਲਤ ਕਰ ਦਿੰਦੇ ਨੇ ਸਟੂਡੈਂਟਸ, ਕਿਉਂਕਿ ਉਹ ਖਾਸ ਸਿਚੁਏਸ਼ਨਸ ਦੇ ਵਿੱਚ ਹੀ ਕੰਮ ਆਉਂਦੇ ਨੇ, ਤੇ ਉਹ ਖਾਸ ਸਿਚੁਏਸ਼ਨਸ ਸਟੂਡੈਂਟ ਸਮਝ ਨਹੀਂ ਪਾਉਂਦੇ। ਇਹ ਉਹ ਵਰਡਸ ਨੇ ਜਿਹੜੇ ਕਦੇ ਤੁਹਾਡੇ ਗਲਤ ਨਹੀਂ ਹੋਣਗੇ ਸਟੂਡੈਂਟਸ। ਤੁਸੀਂ ਇਹਨਾਂ ਨੂੰ ਲਿਖ ਸਕਦੇ ਹੋ ਡਿਕਰੀਜ਼, ਡਿਕਲਾਈਨ, ਡ੍ਰੌਪ ਤੇ ਫਾਲ। ਬਾਕੀ ਜਦੋਂ ਕੋਈ ਗ੍ਰਾਫ ਆਏਗਾ ਤਾਂ ਉਦੋਂ ਔਨ ਦਾ ਸਪੌਟ ਮੈਂ ਕੁਝ ਦੱਸ ਦੂੰਗਾ, ਬਟ ਤੁਸੀਂ ਇੰਨੇ ਕੁ ਲਿਖੋ ਤਾਂ ਕਿ ਤੁਹਾਡੀਆਂ ਐਰਰਸ ਨਾ ਹੋਣ। ਤਾਂ ਇਹ ਤਾਂ ਸੀ ਵਧਣਾ, ਤੇ ਇਹ ਕੀ ਸੀ ਘਟਨਾ। ਅੱਛਾ, ਰਾਈਜ਼ ਦੀ ਜਿਹੜੀ ਸੈਕਿੰਡ ਫਾਰਮ ਹੈ ਉਹ ਯਾਦ ਰੱਖਿਓ ਸਟੂਡੈਂਟਸ, ਹੁੰਦੀ ਹੈ ਰੋਜ਼, ROSE। ਨੋਟ ਕਰ ਲਓ, ਰੋਜ਼, ROSE। ਤੇ ਥਰਡ ਫਾਰਮ ਹੁੰਦੀ ਹੈ ਰੀਜ਼ਨ। ਚਲੋ ਮੈਂ ਲਿਖੀ ਦੇਣਾ ਇੱਥੇ, ਰਾਈਜ਼ ਦੀ ਸੈਕਿੰਡ ਫਾਰਮ ਹੈਗੀ ਹੈ ਰੋਜ਼, ਤੇ ਥਰਡ ਫਾਰਮ ਹੁੰਦੀ ਹੈ ਰੀਜ਼ਨ, RISEN। ਬਾਕੀ ਨੇ ਤੇ ਈਜ਼ੀ ਨੇ। ਇਨਕਰੀਜ਼ ਦੀ ਇਨਕਰੀਜ਼ਡ, ਰਾਈਜ਼ ਦੀ ਰੋਜ਼, ਸੈਕਿੰਡ ਫਾਰਮ ਦੀ ਗੱਲ ਕਰ ਰਹੇ ਹਾਂ। ਕਲਾਈਮ ਦੀ ਕਲਾਈਮਡ, ਹਾਈਕ ਦੀ ਹਾਈਕਡ, ਐਸਕਲੇਟ ਦੀ ਐਸਕਲੇਟਡ, ਤੇ ਗੋ ਅਪ ਦੀ ਵੈਂਟ ਅਪ। ਇਸੇ ਤਰ੍ਹਾਂ ਡਿਕਰੀਜ਼ ਦੀ ਡਿਕਰੀਜ਼ਡ, ਡਿਕਲਾਈਨਡ, ਡ੍ਰੌਪਡ, P ਡਬਲ ਕਰ ਦਾਂਗੇ, DROPPED ਲਿਖ ਦਾਂਗੇ। ਤੇ ਫਾਲ ਦੀ ਸੈਕਿੰਡ ਫਾਰਮ ਨੋਟ ਕਰ ਲਓ ਫੈਲ, ਤੇ ਥਰਡ ਫਾਰਮ ਹੈ ਸਟੂਡੈਂਟਸ ਫਾਲਨ। ਚੱਲਦੇ ਹਾਂ ਸਟੂਡੈਂਟਸ ਅੱਗੇ ਆਪਾਂ। ਹੁਣ ਇਹ ਵੋਕੈਬ 5 ਦਾ ਹੀ ਪਾਰਟ ਹੈ। ਹੁਣ ਆਪਾਂ ਕਰਨ ਜਾ ਰਹੇ ਹਾਂ ਕੁਝ ਐਡਵਰਬਸ। ਇਧਰ ਹੈਡਿੰਗ ਪਾ ਲਓ, ਜਿਵੇਂ ਪਹਿਲਾਂ ਵਰਬਸ ਲਿਖਿਆ ਸੀ, ਐਡਵਰਬਸ। ਕਈ ਸਟੂਡੈਂਟ ਸੋਚਦੇ ਨੇ ਸਰ ਇਹ ਕੀ ਹੁੰਦੀਆਂ ਨੇ ਐਡਵਰਬਸ। ਪੰਜਾਬੀ ਚ ਕਹਿੰਦੇ ਨੇ ਕਿਰਿਆ ਵਿਸ਼ੇਸ਼ਣ। ਜਿਹੜੇ ਵਰਡਸ ਵਰਬ ਦੇ ਨਾਲ ਲੱਗ ਕੇ ਉਹਦੀ ਵਿਸ਼ੇਸ਼ਤਾ ਦੱਸਣ, ਉਹਨੂੰ ਆਪਾਂ ਕਹਿੰਦੇ ਆ ਐਡਵਰਬਸ। ਗ੍ਰਾਫ ਦੇ ਵਿੱਚ ਸਾਨੂੰ ਇਹਨਾਂ ਦੀ ਲੋੜ ਪਏਗੀ। ਕਿਉਂ? ਇਸ ਕਰਕੇ ਲੋੜ ਪਏਗੀ, ਜਦੋਂ ਅਸੀਂ ਕਿਸੇ ਚੀਜ਼ ਨੂੰ ਲਿਖਣਾ ਹੋਵੇ, ਮੰਨ ਲਓ ਆਪਾਂ ਕਹਿਣਾ ਵੀ ਕੋਈ ਚੀਜ਼ ਵੱਧ ਗਈ, ਅਸੀਂ ਹਮੇਸ਼ਾ ਵਧਣਾ ਘਟਣਾ ਨਹੀਂ ਕਵਾਂਗੇ, ਨਾਲ ਇਹਨਾਂ ਦੇ ਕੁਝ ਵਰਡਸ ਵੀ ਲਿਖਾਂਗੇ। ਮੰਨ ਲਓ ਆਪਾਂ ਕਹਿਣਾ ਹੋਵੇ ਸੇਲ ਥੋੜੀ ਜੀ ਵੱਧ ਗਈ, ਤਾਂ ਵਧਣ ਦੇ ਨਾਲ ਥੋੜੀ ਜੀ ਸ਼ਬਦ ਐਡ ਕਰਤਾ। ਸੇਲ ਇੱਕੋ ਦਮ ਵੱਧ ਗਈ, ਇੱਕੋ ਦਮ ਸ਼ਬਦ ਆਪਾਂ ਵਧਣ ਦੇ ਨਾਲ ਐਡ ਕਰਤਾ। ਸੇਲ ਬਹੁਤ ਜ਼ਿਆਦਾ ਵੱਧ ਗਈ, ਵਧਣ ਦੇ ਨਾਲ ਬਹੁਤ ਜ਼ਿਆਦਾ ਸ਼ਬਦ ਲਿਖਤਾ। ਤਾਂ ਜਿਹੜੇ ਸ਼ਬਦ ਵਰਬ ਦੇ ਨਾਲ ਲੱਗ ਕੇ ਉਹਦੀ ਵਿਸ਼ੇਸ਼ਤਾ ਦੱਸਣ, ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਸਟੂਡੈਂਟਸ? ਐਡਵਰਬਸ। ਆਓ ਆਪਾਂ ਵੱਖੋ ਵੱਖਰੀਆਂ ਐਡਵਰਬਸ ਪੜ੍ਹੀਏ, ਤੇ ਬਹੁਤ ਹੀ ਸਿੰਪਲ ਤਰੀਕੇ ਨਾਲ। ਮੰਨ ਲਓ ਆਪਾਂ ਨੇ ਬਹੁਤ ਜ਼ਿਆਦਾ ਦੀ ਇੰਗਲਿਸ਼ ਕਹਿਣੀ ਹੈ। ਕਦੇ ਵੀ ਆਪਾਂ ਨੂੰ ਇਹ ਲਿਖਣਾ ਪੈ ਗਿਆ ਗ੍ਰਾਫ ਦੇ ਵਿੱਚ ਕਿ ਸੇਲ ਬਹੁਤ ਜ਼ਿਆਦਾ ਵੱਧ ਗਈ, ਤਾਂ ਵਧਣ ਦੀ ਇੰਗਲਿਸ਼ ਆ ਲਿਖਦੇ ਨੇ। ਐਕਸਟਰਾ ਇਹਦੇ ਨਾਲ ਜਿਹੜਾ ਸ਼ਬਦ ਲਿਖਣਾ ਹੈ ਬਹੁਤ ਜ਼ਿਆਦਾ, ਉਹਦੇ ਲਈ ਤੁਹਾਨੂੰ ਮੈਂ ਤਿੰਨ ਚਾਰ ਵਰਡਸ ਦੱਸਦਾ ਨੇ, ਤੁਹਾਨੂੰ ਉਹ ਮੁੱਕਣੇ ਨਹੀਂ ਸਟੂਡੈਂਟਸ। ਪਹਿਲਾ ਵਰਡ ਲਿਖ ਦਿਓ ਕੰਸੀਡਰੇਬਲੀ, CONSIDERABLY। ਚਾਹੇ ਉਹ ਵਧਣਾ ਚਾਹੇ ਉਹ ਘਟਣਾ, ਦੋਨੋਂ ਵਰਬਸ ਦੇ ਨਾਲ ਬਹੁਤ ਜ਼ਿਆਦਾ ਦੀ ਇੰਗਲਿਸ਼ ਕੀ ਲੱਗ ਜਾਏਗੀ? ਕੰਸੀਡਰੇਬਲੀ। ਇੱਕ ਹੋਰ ਲਿਖ ਲਓ, ਤਿੰਨ ਚਾਰ ਲਿਖਾਂਗੇ। ਡਰਾਮੈਟਿਕਲੀ, ਡਰਾਮੈਟਿਕਲੀ ਮੀਨਸ ਬਹੁਤ ਜ਼ਿਆਦਾ, ਇੱਕੋਦਮ ਬਹੁਤ ਜ਼ਿਆਦਾ। ਫਿਰ ਇੱਕ ਹੋਰ ਲਿਖ ਲਓ ਡਰਾਸਟਿਕਲੀ, DRASTICALLY। ਸ਼ਾਰਪਲੀ, SHARPLY। ਸਿਗਨੀਫੀਕੈਂਟਲੀ ਵੀ ਲਿਖਦੇ ਨੇ, ਚਲੋ SIGNIFICANTLY। ਤਾਂ ਇਹ ਸਟੂਡੈਂਟਸ ਬਹੁਤ ਨੇ, ਸਾਨੂੰ ਇਹਨਾਂ ਤੋਂ ਜ਼ਿਆਦਾ, ਇਸ ਤੋਂ ਵੱਧ ਸਾਨੂੰ ਲੋੜ ਨਹੀਂ ਪੈਣੀ। ਸੋ ਬਹੁਤ ਜ਼ਿਆਦਾ ਦੇ ਲਈ ਅਸੀਂ ਆ ਲਿਖ ਦਾਂਗੇ। ਕਿਉਂ ਨਾ ਆਪਾਂ ਇੱਕ ਸੈਂਟੈਂਸ ਬਣਾ ਕੇ ਦੇਖੀਏ ਡਮੀ ਦਾ। ਮੰਨ ਲਓ ਆਪਾਂ ਕਹਿਣਾ ਵੀ ਸੇਲ ਬਹੁਤ ਜ਼ਿਆਦਾ ਵੱਧ ਗਈ, ਤਾਂ ਆਪਾਂ ਕਹਿ ਦਾਂਗੇ ਦਾ ਸੇਲ, ਕੋਈ ਵੀ ਇਧਰੋਂ ਇੱਕ ਸ਼ਬਦ ਚੱਕ ਲਓ, ਲੈਟਸ ਸਪੋਜ਼ ਰਾਈਜ਼ ਲਿਖ ਲਿਆ। ਰਾਈਜ਼ ਦੀ ਸੈਕਿੰਡ ਫਾਰਮ ਕੀ ਆ ਗਈ? ਰੋਜ਼, ਤੇ ਨਾਲ ਲਿਖਤਾ ਕੰਸੀਡਰੇਬਲੀ, ਤਾਂ ਇਹ ਬਣ ਗਿਆ ਦਾ ਸੇਲ ਰੋਜ਼ ਕੰਸੀਡਰੇਬਲੀ। ਸੇਲ ਬਹੁਤ ਜ਼ਿਆਦਾ ਵੱਧ ਗਈ। ਕਿੰਨੀ ਹੋ ਗਈ ਵੱਧ ਕੇ, ਕਿਵੇਂ ਹੋ ਗਈ, ਉਹ ਬਾਤ ਲਿਖਾਂਗੇ। ਤਾਂ ਜਿਹੜੀ ਐਡਵਰਬ ਹੈ ਉਹਦੀ ਲੋਕੇਸ਼ਨ ਕਈ ਥਾਵਾਂ ਤੇ ਹੋ ਸਕਦੀ ਹੈ, ਬਟ ਫਿਲਹਾਲ ਤੁਸੀਂ ਯਾਦ ਰੱਖੋ ਐਡਵਰਬ ਦੀ ਲੋਕੇਸ਼ਨ
ਤੁਸੀਂ verb ਤੋਂ ਬਾਅਦ ਰੱਖਣੀ ਹੈ। ਮੈਂ ਫਿਰ ਕਹਿ ਰਿਹਾ ਐਡਵਰਬ ਦੀ ਲੋਕੇਸ਼ਨ ਤੁਸੀਂ verb ਤੋਂ ਬਾਅਦ ਵਿੱਚ ਰੱਖਣੀ ਹੈ। ਤਾਂ ਸਟੂਡੈਂਟਸ ਬਹੁਤ ਜ਼ਿਆਦਾ ਦੀ ਇੰਗਲਿਸ਼ ਆਪਾਂ ਕਰ ਲਈ। ਹੁਣ ਇਹ ਤਾਂ ਨਹੀਂ ਹਰ ਵਾਰੀ ਅਸੀਂ ਇਹੀ ਕਵਾਂਗੇ ਕਿ ਸੇਲ ਬਹੁਤ ਜ਼ਿਆਦਾ ਵੱਧ ਗਈ। ਵੱਖੋ ਵੱਖਰੀਆਂ ਹੋਰ ਐਡਵਰਬਸ ਪੜ੍ਹਦੇ ਹਾਂ ਆਪਾਂ। ਲੈਟਸ ਸਪੋਜ਼ ਜੇ ਆਪਾਂ ਕਹਿਣਾ ਹੋਵੇ ਸੇਲ ਥੋੜੀ ਜਿਹੀ ਵੱਧ ਗਈ ਤਾਂ ਥੋੜੀ ਜਿਹੀ ਦੀ ਇੰਗਲਿਸ਼ ਜਾਂ ਥੋੜੇ ਜਿਹੇ ਦੀ ਇੰਗਲਿਸ਼ ਕੀ ਆਏਗੀ? ਦੇਖੋ ਥੋੜੇ ਜਿਹੇ ਦੀ ਇੰਗਲਿਸ਼ ਦੇ ਲਈ ਅਸੀਂ ਸਲਾਈਟਲੀ ਸ਼ਬਦ ਯੂਜ਼ ਕਰਾਂਗੇ। ਬਹੁਤ ਹੈ, ਹੋਰ ਵੀ ਹੁੰਦੇ ਨੇ ਮੋਡੈਸਟਲੀ, ਉਹ ਵੀ ਆ ਸਕਦਾ। ਕਈ ਸ਼ਬਦ ਮੈਂ ਗ੍ਰਾਫ ਟੂ ਗ੍ਰਾਫ ਹੀ ਸਮਝਾਉਂਗਾ, ਲਿਖ ਲਓ ਸਲਾਈਟਲੀ। ਥੋੜੇ ਜਿਹੇ ਦੀ ਇੰਗਲਿਸ਼ ਕੀ ਆ ਗਈ? ਸਲਾਈਟਲੀ। ਇੱਕ ਚੀਜ਼ ਹੋਰ ਯਾਦ ਰੱਖੋ, ਇਹ ਜਿੰਨੀਆਂ ਵੀ ਐਡਵਰਬਸ ਹੁੰਦੀਆਂ ਨੇ ਸਟੂਡੈਂਟਸ, ਆਮ ਤੌਰ ਤੇ ਇਹਨਾਂ ਦੇ ਐਂਡ ਦੇ ਵਿੱਚ ਅਸੀਂ ly ਲਿਖਦੇ ਹਾਂ। ਇਹਨਾਂ ਦੇ ਐਂਡ ਦੇ ਵਿੱਚ ਕੀ ਲਿਖਦੇ ਆ? ly। ਸੋ ਥੋੜੇ ਜਿਹੇ ਦੀ ਇੰਗਲਿਸ਼ ਕੀ ਆ ਗਈ? ਸਲਾਈਟਲੀ। ਹੁਣ ਲਿਖੋ ਹੌਲੀ ਹੌਲੀ ਦੀ ਇੰਗਲਿਸ਼। ਜੇ ਆਪਾਂ ਕਹਿਣਾ ਵੇ ਸੇਲ ਹੌਲੀ ਹੌਲੀ ਵੱਧ ਗਈ, ਸੇਲ ਹੌਲੀ ਹੌਲੀ ਘਟ ਗਈ, ਤਾਂ ਹੌਲੀ ਹੌਲੀ ਦੇ ਲਈ ਇੱਕ ਤਾਂ ਵਰਡ ਆ ਗਿਆ ਸਲੋਲੀ ਤੇ ਇੱਕ ਵਰਡ ਆ ਗਿਆ ਗ੍ਰੈਜੂਅਲੀ। ਇਹ ਵੀ ਕਾਫੀ ਚੱਲਦਾ, ਸਲੋਲੀ ਤੇ ਗ੍ਰੈਜੂਅਲੀ। ਹਾਂਜੀ ਬੋਲ ਕੇ ਦਿਖਾਓ ਕਿਹੜੇ ਕਿਹੜੇ ਆ ਗਏ? ਸਲੋਲੀ ਤੇ ਗ੍ਰੈਜੂਅਲੀ। ਥੋੜੇ ਜਿਹੇ ਆ ਗਏ, ਹੌਲੀ ਹੌਲੀ ਆ ਗਿਆ। ਅੱਛਾ ਕਈ ਵਾਰੀ ਨਾ ਇੱਥੇ ਇੱਕ ਹੋਰ ਦੱਸਦੇ ਨੇ, ਆਪਾਂ ਕਹਿੰਦੇ ਆ ਸੇਲ ਬਹੁਤ ਜ਼ਿਆਦਾ ਵੱਧ ਗਈ, ਉਹਦੀ ਇੰਗਲਿਸ਼ ਮੈਂ ਕਰਵਾਤੀ। ਥੋੜੀ ਜਿਹੀ ਵੱਧ ਗਈ, ਉਹਦੀ ਵੀ ਕਰਵਾਤੀ। ਇੱਕ ਹੁੰਦਾ ਵੀ ਠੀਕ ਠਾਕ ਜਿਹਾ ਵੱਧ ਗਈ, ਨਾ ਵਾਲੀ ਜ਼ਿਆਦਾ ਨਾ ਵਾਲੀ ਘੱਟ, ਤਾਂ ਉਹਨੂੰ ਇੰਗਲਿਸ਼ ਦੇ ਵਿੱਚ ਅਸੀਂ ਕਹਿੰਦੇ ਆ ਮੋਡਰੇਟਲੀ। ਇਹ ਲਿਖ ਲਓ ਮੋਡਰੇਟਲੀ। ਮੋਡਰੇਟਲੀ ਮੀਨਸ ਠੀਕ ਠਾਕ ਜੀ, ਚਾਹੇ ਠੀਕ ਠਾਕ ਜੀ ਘਟ ਜੇ ਚਾਹੇ ਠੀਕ ਠਾਕ ਜੀ ਵੱਧ ਜੇ। ਆਪਾਂ ਕਹਿਣਾ ਹੋਵੇ ਦਾ ਸੇਲ ਇਨਕਰੀਜ਼ਡ ਮੋਡਰੇਟਲੀ ਜਾਂ ਦਾ ਸੇਲ ਡਿਕਰੀਜ਼ਡ ਮੋਡਰੇਟਲੀ। ਸੋ ਇਹ ਮੇਨ ਜੀ ਐਡਵਰਬਸ ਨੇ। ਜੇ ਆਪਾਂ ਕਹਿਣਾ ਵੇ ਸੇਲ ਲਗਾਤਾਰ ਵੱਧ ਗਈ, ਲਗਾਤਾਰ ਘਟ ਗਈ, ਤਾਂ ਲਗਾਤਾਰ ਦੀ ਇੰਗਲਿਸ਼ ਸਾਨੂੰ ਸਟੂਡੈਂਟਸ ਆਉਂਦੀ ਹੈ ਕੰਟੀਨਿਊਸਲੀ। ਲਗਾਤਾਰ ਦੀ ਇੰਗਲਿਸ਼ ਕੀ ਕਹਿ ਦਾਂਗੇ ਅਸੀਂ? ਕੰਟੀਨਿਊਸਲੀ। ਕੰਟੀਨਿਊਸਲੀ ਮੀਨਸ ਕੀ ਆ ਗਿਆ? ਲਗਾਤਾਰ। ਸੋ ਇਹ ਮੇਨ ਜੀਆਂ ਐਡਵਰਬਸ ਨੇ ਜਿਨ੍ਹਾਂ ਦੀ ਜ਼ਰੂਰਤ ਸਾਨੂੰ ਪਏਗੀ। ਚਲਦੇ ਹਾਂ ਸਟੂਡੈਂਟਸ ਵੋਕੈਬ ਨੰਬਰ 6 ਦੇ ਉੱਪਰ। ਹੁਣ ਆਪਾਂ ਪੜਨ ਜਾ ਰਹੇ ਹਾਂ ਕੁਝ ਨਾउन्स। ਵਧਣਾ ਤੇ ਘਟਣਾ ਇਹ ਵਰਬਸ ਨੇ। ਇਹਨਾਂ ਦੇ ਨਾउन्स ਨੇ ਵਾਧਾ ਤੇ ਕਮੀ ਜਾਂ ਗਿਰਾਵਟ। ਇਹਨਾਂ ਦੀ ਵੀ ਲੋੜ ਪੈਂਦੀ ਹੈ ਸਾਨੂੰ, ਕਿਉਂਕਿ ਜਦੋਂ ਅਸੀਂ ਕੁਝ ਲਿਖਦੇ ਹਾਂ ਸੋਚਦੇ ਹਾਂ ਤਾਂ ਅਸੀਂ ਜ਼ਰੂਰੀ ਨਹੀਂ ਹਰ ਵਾਰੀ ਵਧਣਾ ਘਟਣਾ ਕਹਿਣੇ ਹੈ। ਅਸੀਂ ਇਹ ਵੀ ਕਹਿ ਦਿੰਦੇ ਹਾਂ ਕਿ ਸੇਲ ਨੇ ਵਾਧਾ ਦਿਖਾਇਆ, ਸੇਲ ਦੇ ਵਿੱਚ ਕਮੀ ਦੇਖੀ ਗਈ। ਕਮੀ, ਵਾਧਾ, ਇਹੋ ਜਿਹੇ ਵਰਡਸ ਵੀ ਸਾਡੀ ਸੋਚ ਵਿੱਚ ਆਉਂਦੇ ਹਨ। ਤਾਂ ਆਓ ਆਪਾਂ ਇਹਨਾਂ ਦੀ ਇੰਗਲਿਸ਼ ਲਿਖੀਏ। 3-3 4-4 ਵਰਡ ਸਾਨੂੰ ਬਹੁਤ ਨੇ। ਤਾਂ ਵਾਧੇ ਦੀ ਇੰਗਲਿਸ਼ ਵੀ ਇਨਕਰੀਜ਼ ਹੀ ਆਏਗੀ ਸਟੂਡੈਂਟਸ, ਇਨਕਰੀਜ਼। ਓਕੇ। ਰਾਈਜ਼ ਮੈਨੇ ਵੀ ਵਾਧਾ ਹੀ ਹੁੰਦਾ ਹੈ, ਰਾਈਜ਼। ਹਾਈਕ ਮੈਨੇ ਵੀ ਵਾਧਾ ਹੁੰਦਾ ਹੈ, ਕਲਾਈਮ ਵੀ ਲਿਖ ਸਕਦੇ ਹੋ। ਤੇ ਐਸਕਲੇਟ ਤੋਂ ਵਰਡ ਬਣ ਗਿਆ ਐਸਕਲੇਸ਼ਨ। ਆਹ ਵਰਡਸ ਸਾਨੂੰ ਇੱਥੇ ਇਨਫ ਨੇ। ਇਨਕਰੀਜ਼, ਰਾਈਜ਼, ਹਾਈਕ ਤੇ ਐਸਕਲੇਸ਼ਨ। ਅੱਛਾ ਇਹਨਾਂ ਦੇ ਨਾਲ ਨਾ ਅਸੀਂ ਆਰਟੀਕਲ ਲਿਖਾਂਗੇ, ਜਿਵੇਂ ਐਨ ਇਨਕਰੀਜ਼, ਅ ਰਾਈਜ਼, ਅ ਹਾਈਕ, ਐਨ ਐਸਕਲੇਸ਼ਨ। ਆਹ ਲੈਟਰਸ ਅਸੀਂ ਛੋਟੇ ਕਰ ਦਾਂਗੇ, ਯਾਦ ਰੱਖੋ। ਜਦੋਂ ਵੀ ਅਸੀਂ ਲਿਖਾਂਗੇ ਮੈਂ ਕਰ ਹੀ ਦੇਣਾ ਇੱਥੇ। ਤਾਂ ਇਨਕਰੀਜ਼ ਦੀ ਆਈ ਸਮਾਲ, ਰਾਈਜ਼ ਦੀ ਆਰ ਸਮਾਲ, ਹਾਈਕ ਦੀ ਐਚ ਸਮਾਲ, ਐਸਕਲੇਸ਼ਨ ਦੀ ਈ ਸਮਾਲ। ਸੋ ਆਪਾਂ ਹੀ ਕਵਾਂਗੇ देयर वाज एन इंक्रीज ऑफ। ਇਹ ਯਾਦ ਰੱਖਿਓ ਜਦੋਂ ਵੀ ਗ੍ਰਾਫ ਲਿਖਾਂਗੇ ਇੱਥੇ ਅਸੀਂ ਇਦਾਂ ਹੀ ਲਿਖਾਂਗੇ, ਠੀਕ ਹੈ। ਕਮੀ ਦੀ ਇੰਗਲਿਸ਼ ਕੀ ਆ ਗਈ? ਇੱਕ ਤਾਂ ਲਿਖ ਲਓ ਵਰਡ ਡਿਕਰੀਜ਼। ਡਿਕਰੀਜ਼ ਮੈਨੇ ਵੀ ਕਮੀ ਹੁੰਦਾ। ਡਿਕਲਾइन ਦਾ मतलब भी कमी है स्टूडेंट्स, DECLI यानी। फॉल ਦਾ मतलब भी कमी है। ਉਹੀ वर्ड्स ਜਿਹੜੇ वर्ब ਦੇ ਤੌਰ ਤੇ ਕੰਮ ਆਉਂਦੇ ਨੇ ਉਹੀ ਨਾउन ਦੇ ਤੌਰ ਤੇ ਕੰਮ ਆ ਰਹੇ ਨੇ। ਡ੍ਰੌਪ ਮੈਨੇ ਵੀ ਕਮੀ ਹੈ। ਇਹਨਾਂ ਦੇ ਮੂਰੇ ਅ ਜਾਂ ਐਨ ਅਸੀਂ ਤਾਂ ਲਿਖਦੇ ਹਾਂ ਕਿਉਂਕਿ ਇੰਗਲਿਸ਼ ਗ੍ਰਾਮਰ 'ਚ ਕਿਹਾ ਜਾਂਦਾ ਅਕਸਰ ਜਿਹੜਾ ਸ਼ਬਦ, ਅਕਸਰ ਕਿਹਾ ਮੈਂ ਹਮੇਸ਼ਾ ਨਹੀਂ, ਜਿਹੜਾ ਸ਼ਬਦ ਅਸੀਂ ਵਰਬ ਦੇ ਤੌਰ ਤੇ ਵਰਤਦੇ ਹਾਂ ਜਦੋਂ ਉਹੀ ਵਰਡ ਅਸੀਂ ਨਾउन ਦੇ ਤੌਰ ਤੇ ਵਰਤਦੇ ਹਾਂ ਤਾਂ ਉਹਦੇ ਅੱਗੇ ਅ ਜਾਂ ਐਨ ਆ ਜਾਂਦਾ। ਜਿਵੇਂ ਇਨਕਰੀਜ਼ ਇੱਕ ਵਰਬ ਹੈ, ਇਹੀ ਸੇਮ ਵਰਡ ਜਦੋਂ ਅਸੀਂ ਨਾउन ਦੇ ਤੌਰ ਤੇ ਲਿਖਦੇ ਹਾਂ ਤਾਂ ਇਹਦੇ ਮੂਰੇ ਅ ਜਾਂ ਐਨ ਆ ਜਾਂਦਾ। ਕੋਈ ਵੀ ਜਿਹੜਾ ਸ਼ਬਦ ਹੈ, ਇਹ ਰੂਲ ਹੈ ਗ੍ਰਾਮਰ ਦਾ। ਆਈ ਇਹਨਾਂ ਦੇ ਅੱਗੇ ਡਿਕਰੀਜ਼ ਵਰਬ ਵੀ ਹੈ, ਡਿਕਰੀਜ਼ ਨਾउन ਵੀ ਹੈ। ਜਦੋਂ ਨੇ ਨਾउन ਦੇ ਤੌਰ ਤੇ ਯੂਜ਼ ਕਰਾਂਗੇ ਅ ਡਿਕਰੀਜ਼, ਅ ਡਿਕਲਾइन, ਅ ਫਾਲ ਤੇ ਅ ਡ੍ਰੌਪ, ਐਦਾਂ ਆ ਜਾਊਗਾ। ਬਾਕੀ ਜਦੋਂ ਗ੍ਰਾਫ ਕਰਾਂਗੇ ਸਟੂਡੈਂਟਸ ਉਦੋਂ ਤੁਹਾਨੂੰ ਜ਼ਿਆਦਾ ਸਮਝ ਆਊਗੀ। ਜ਼ਿਆਦਾ ਕੀ ਆਏਗੀ ਬਸ ਸਮਝ।
अच्छा वाधा ते कमी ते लिख लिया, इन्हां दी विशेषता दस्सण वाले शब्द लिखने हुण आपां बस। इस तो बाद साडी थोड़ी वोकैबलरी रह गई बस। ਜਿਹੜੇ ਵਰਡਸ ਨਾउन्स ਦੇ ਅੱਗੇ ਲੱਗ ਕੇ ਉਹਦੀ ਵਿਸ਼ੇਸ਼ਤਾ ਦੱਸਦੇ ਨੇ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਐਡਜੈਕਟਿਵਸ ਬੋਲਦੇ ਨੇ। ਇਹਨੂੰ ਨਾ ਇਹ ਨਹੀਂ ਕਹਿਣਾ ਐਡਜੈਕਟਿਵਸ, ਇਹ ਚ ਡੀ ਨੂੰ ਅਸੀਂ ਬੋਲਦੇ ਨਹੀਂ ਹੁੰਦੇ, ਲਿਖਦੇ ਹੁੰਦੇ ਆ ਬਸ। ਇਹ ਹੈ ਐਡਜੈਕਟਿਵਸ, ਐਡਜੈਕਟਿਵਸ। ਇਹਨੂੰ ਐਦਾਂ ਨਹੀਂ ਕਹਿਣਾ ਐਡਜੈਕਟਿਵਸ। ਕੀ ਹੈ ਬੋਲੋ ਇਹ ਐਡਜੈਕਟਿਵਸ। ਇਹਨੂੰ ਪੰਜਾਬੀ ਚ ਕਹਿੰਦੇ ਆ ਵਿਸ਼ੇਸ਼ਣ। ਐਡਵਰਬਸ ਹੁੰਦੀਆਂ ਨੇ ਕਿਰਿਆ ਵਿਸ਼ੇਸ਼ਣ, ਕਿਰਿਆ ਦੀ ਵਿਸ਼ੇਸ਼ਤਾ ਦੱਸਦੀਆਂ ਨੇ ਵਰਬ ਦੀ। ਜਿਹੜੇ ਵਰਡ ਨਾउन ਦੀ ਵਿਸ਼ੇਸ਼ਤਾ ਦੱਸਣ ਉਹਨਾਂ ਨੂੰ ਕੀ ਕਹਿੰਦੇ ਆ ਬੋਲੋ ਐਡਜੈਕਟਿਵਸ। ਤੇ ਐਡਜੈਕਟਿਵਸ ਅਸੀਂ ਨਾउन्स ਦੇ ਅੱਗੇ ਲਿਖਦੇ ਹੁੰਦੇ ਆ। ਨਾउन्स ਦੇ ਕਿੱਥੇ ਲਿਖਦੇ ਹੁੰਦੇ ਸਟੂਡੈਂਟਸ, ਇੱਕ ਵਾਰੀ ਮੈਂ ਕੱਢ ਦੇਣੇ। ਐਡਜੈਕਟਿਵਸ ਅਸੀਂ ਕਿੱਥੇ ਲਿਖਦੇ ਹੁੰਦੇ ਆ ਬੋਲੋ ਨਾउन्स ਦੇ ਅੱਗੇ। ਐਡਵਰਬ ਨੂੰ ਤੁਸੀਂ ਵਰਬ ਤੋਂ ਬਾਅਦ ਲਿਖਣੇ ਜਦੋਂ ਲਿਖੋਗੇ, ਤੇ ਨਾउन ਦੇ ਅੱਗੇ ਐਡਜੈਕਟਿਵ। ਜਿਵੇਂ ਕਿ ਆਪਾਂ ਕਿਹਾ ਵਾਧਾ, ਹੁਣ ਵਾਧੇ ਦੇ ਮੂਰੇ ਕੁਝ ਵੀ ਆ ਸਕਦਾ। ਮੰਨ ਲਓ ਆਪਾਂ ਕਹਿਣਾ ਵੀ ਬਹੁਤ ਜ਼ਿਆਦਾ ਵਾਧਾ, ਹੌਲੀ ਹੌਲੀ ਵਾਧਾ, ਥੋੜਾ ਜਿਹਾ ਵਾਧਾ। ਆਹੀ ਜੇ ਬਹੁਤ ਜ਼ਿਆਦਾ ਸ਼ਬਦ ਵਾਧੇ ਦੇ ਮੂਰੇ ਆ ਜੇ ਤਾਂ ਫਿਰ ਉਹ ਐਡਜੈਕਟਿਵ ਕਹਾਊਗਾ। ਜੇ ਇਹੀ ਬਹੁਤ ਜ਼ਿਆਦਾ ਸ਼ਬਦ ਵਧਣਾ ਦੇ ਨਾਲ ਲੱਗ ਜੇ ਤਾਂ ਉਹੀ ਐਡਵਰਬ ਕਹਾਉਂਦਾ ਤੇ ਬਾਅਦ ਚ ਲੱਗਦਾ, ਨਾउन ਦੇ ਅੱਗੇ ਲੱਗੂਗਾ। ਤਾਂ ਬਹੁਤ ਜ਼ਿਆਦਾ ਦੀ ਇੰਗਲਿਸ਼ ਲਿਖ ਦੋ, ਉਹੀ ਵਰਡਸ ਨੇ। ਪਹਿਲਾਂ ਲਿਖ ਲਓ ਕੰਸੀਡਰੇਬਲ, ਕੰਸੀਡਰੇਬਲ ਤੋਂ ਬਾਅਦ ਲਿਖ ਦੋ ਡਰਾਮੈਟਿਕ, DRAMATIC, dramatic। फिर लिखो ड्रास्टिक, DRASTIC। फिर लिख लो शार्प, एक और लिख लेने चलो सिग्निफिकेंट। हुण तुसी ना एक चीज याद रखियो, जेड़े एडजेक्टिव्स हुंदे ने इन्हां दे मगर असी अक्सर LY नहीं लिखते, बस आ याद रखियो। एडजेक्टिव्स दे एंड दे विच असी LY नहीं लिखते। एडवर्ब ਦੇ ਤੌਰ ਤੇ ਜਦੋਂ ਯੂਜ਼ ਹੁੰਦੇ ਨੇ ਫਿਰ ਅਸੀਂ ਕੀ ਯੂਜ਼ ਕਰਦੇ ਆ LY ਨਾਲ ਲਿਖਦੇ ਨੇ। ਬਾਕੀ ਜਦੋਂ ਐਗਜ਼ਾਮਪਲਸ ਕਰਾਂਗੇ ਉਦੋਂ ਕਲੀਅਰ ਹੋ ਜੂ ਸਟੂਡੈਂਟਸ। ਹੋਪ ਕਰਦਾ ਤੁਹਾਨੂੰ ਸਮਝ ਆ ਗਿਆ। ਬਹੁਤ ਜ਼ਿਆਦਾ ਦੀ ਇੰਗਲਿਸ਼ ਕਿਹੜੀ ਕਿਹੜੀ ਆ ਗਈ ਬੋਲੋ। ਕੰਸੀਡਰੇਬਲ, ਕੰਸੀਡਰੇਬਲੀ ਵੀ ਹੁੰਦੀ ਹੈ ਬਟ ਉਹ ਉਦੋਂ ਹੁੰਦੀ ਹੈ ਜਦੋਂ ਆਪਾਂ ਵਰਬ ਦੇ ਨਾਲ ਲਿਖਣਾ ਹੋਵੇ ਸ਼ਬਦ। ਆਹ ਇੱਕ ਐਗਜ਼ਾਮਪਲ ਲਈਏ, ਮੰਨ ਲਓ ਆਪਾਂ ਕਹਿਣਾ ਵੀ देयर वाज, ਸਿੰਪਲ ਜਿਹਾ ਸੈਂਟੈਂਸ। ਆਪਾਂ ਕਹਿਣਾ ਵੀ ਬੜਾ ਜ਼ਿਆਦਾ ਵਾਧਾ ਸੀ, ਬਹੁਤ ਜ਼ਿਆਦਾ ਵਾਧਾ ਸੀ, ਤਾਂ ਕਹਿ ਦਾਂਗੇ देयर वाज अ कंसीडरेबल राइज, there was a considerable rise of 10% in the sale of cars। वही डमी जा सेंटेंस लिख लिया, in the sale of cars, नोट कर लो। आए बन जाता there was a considerable rise। इत्थे फिर असी a जा and दे इस्तेमाल करते हैं। अच्छा बहुत ज्यादा दी इंग्लिश होगी। हुण जे कदे कहना पै जे थोड़ा जिहा, ओदी इंग्लिश भी लिख लो। थोड़े जे दी इंग्लिश स्लाइट लिख लो बस, स्लाइट। slightly नहीं कहना, slight, you can say slight। नाउन दे अगे जेड़ा आऊगा ਉਹ एडजेक्टिव है slight। थोड़े जे दी इंग्लिश आ गई slight। ते जे आपां कहना भी ठीक ठाक जा, इत्थे मैं लिख देना चलो पंजाबी च ठीक ठाक जा, वाधा जा, घाटा, ठीक ठाक जा, ਤਾਂ ਉਹਨੂੰ ਆਪਾਂ ਕਹਿੰਦੇ ਆ ਮੋਡਰੇਟ। ਉਹਨੂੰ ਕੀ ਕਹਿੰਦੇ ਸਟੂਡੈਂਟਸ ਮੋਡਰੇਟ। ਫਿਰ ਮੈਂ ਕਹਿਣਾ ਐਡਜੈਕਟਿਵ ਮੂਰੇ ਲੱਗੇਗਾ, ਐਡਵਰਬ ਬਾਅਦ ਚ ਲੱਗੇਗੀ। ਅੱਛਾ ਜੇ ਆਪਾਂ ਕਹਿਣਾ ਹੋਵੇ ਹੌਲੀ ਹੌਲੀ, ਇਧਰ ਲਿਖ ਲਓ ਹੌਲੀ ਹੌਲੀ, ਤਾਂ ਹੌਲੀ ਹੌਲੀ ਦੀ ਇੰਗਲਿਸ਼ ਲਿਖ ਲਓ ਗ੍ਰੈਜੂਅਲ ਜਾਂ ਸਲੋ, ਗ੍ਰੈਜੂਅਲ ਜਾਂ ਸਲੋ। ਜਿਵੇਂ ਹੌਲੀ ਹੌਲੀ ਵਾਧਾ ਦਿਖਾਇਆ ਸੇਲ ਨੇ, the sale showed a gradual rise, a gradual rise। ਸੋ ਆ ਮੇਨ ਜੇ ਸ਼ਬਦ ਨੇ ਸਟੂਡੈਂਟਸ, ਇਹਨੂੰ ਨੋਟ ਕਰ ਲਓ। ਥੋੜਾ ਜਿਹਾ, ਠੀਕ ਠਾਕ ਜਿਹਾ, ਹੌਲੀ ਹੌਲੀ, ਇਹ ਸਾਰੇ ਐਡਜੈਕਟਿਵਸ ਨੇ। ਤੇ ਜੇ ਵਰਬ ਦੇ ਨਾਲ ਲੱਗਣ, ਇਹ ਸ਼ਬਦ ਵਰਬ ਦੇ ਨਾਲ ਲੱਗਣ ਤਾਂ ਉਹ ਬਾਅਦ ਚ ਲੱਗਦੇ ਨੇ, ਤੇ ਉਹਨਾਂ ਨਾਲ LY ਲੱਗਦਾ। ਤੇ ਜਦੋਂ ਆਪਾਂ ਗ੍ਰਾਫ ਕਰਾਂਗੇ ਇਹਨਾਂ ਦੀ ਪ੍ਰੈਕਟਿਸ ਬਹੁਤ ਜ਼ਿਆਦਾ ਹੋ ਜਾਏਗੀ। ਚੱਲਦੇ ਆ ਸਟੂਡੈਂਟਸ, ਹੁਣ ਲਿਖ ਲਓ ਇੱਥੇ ਵੋਕੈਬ ਨੰਬਰ 7। ਸਾਡਾ ਸ਼ਬਦ ਹੈ ਵੇਵਰ। ਕਿਹੜਾ ਵਰਡ ਹੈ ਬੋਲੋ ਵੇਵਰ। ਵੈਸੇ ਵੇਵਰ ਦਾ ਮਤਲਬ ਹੁੰਦਾ ਕੰਬਣਾ, ਜਿਵੇਂ ਆਵਾਜ਼ ਕੰਬਦੀ ਹੈ ਨਾ ਕਰਕੇ, ਠੰਡ ਨਾਲ, ਡਰ ਨਾਲ, ਕਿਸੇ ਵੀ ਚੀਜ਼ ਨਾਲ, ਉਹਨੂੰ ਵੇਵਰ ਕਹਿੰਦੇ ਆ। ਪਰ ਇਹਦਾ ਗ੍ਰਾਫ ਦੇ ਵਿੱਚ ਕੀ ਕੰਮ, ਮੈਂ ਤੁਹਾਨੂੰ ਸਮਝਾਉਣਾ। ਮੰਨ ਲਓ ਆ ਜਿਹੜੀਆਂ ਮੈਂ ਲਿਖੀਆਂ ਨੇ ਇਹ ਨੋਟਬੁੱਕ ਦੀਆਂ ਲਾਈਨਸ ਨੇ। ਲੈਟਸ ਸਪੋਜ਼ ਹੈ ਨਾ, ਆ ਜੋ ਮੈਂ ਹੁਣ ਬਣਾਉਣ ਜਾ ਰਿਹਾ ਇਹ ਗ੍ਰਾਫ ਦੀ ਲਾਈਨ ਹੈ। ਲੈਟਸ ਸਪੋਜ਼ ਕੋਈ ਸੇਲ ਹੈ, ਉਹ ਕੀ ਹੈ, ਕੋਈ ਵੀ ਸੇਲ ਹੈ, ਉਹ ਕਿਸੇ ਵੀ ਖਾਸ ਲਾਈਨ ਦੇ ਥੋੜਾ ਜਿਹਾ ਕਦੇ ਉੱਪਰ ਹੋਗੀ, ਨੀਚੇ ਹੋਗੀ, ਥੋੜਾ ਉੱਪਰ ਕਦੇ ਨੀਚੇ, ਐਂ ਜੇ ਹੋ ਰਹੀ ਹੈ। ਲੈਟਸ ਸਪੋਜ਼ ਇਹ ਸੇਲ ਹੈ, ਲੈਟਸ ਸਪੋਜ਼ ਇਹ ਸੇਲ ਹੈ ਕਾਰਸ ਦੀ, ਸੇਲ ਆਫ ਕਾਰਸ।
ਵੇਵਰ ਦਾ ਮਤਲਬ ਕੰਬਣਾ ਹੁੰਦਾ। ਕੰਬਣਾ ਦਾ ਮਤਲਬ ਜਿਵੇਂ ਲਹਿਰਾਂ ਹੁੰਦੀਆਂ ਨੇ, ਦੇਖੋ ਵੇਵਸ ਆਈ ਜਾਂਦੀਆਂ ਨੇ, ਆਏ ਬਸ ਆਏ ਜਾਂਦੀਆਂ ਨੇ। ਇਹ ਲਾਈਨ ਨੂੰ ਆਪਾਂ ਆਏ ਕਹਿ ਸਕਦੇ ਹਾਂ, ਲਿਖੋ ਦ ਸੇਲ ਆਫ ਕਾਰਸ। ਮੰਨ ਲਓ ਕਾਰਾਂ ਦੀ ਸੇਲ ਦੀ ਗੱਲ ਕਰ ਰਹੇ ਹਾਂ, ਦ ਸੇਲ ਆਫ ਕਾਰਸ ਵੇਵਰਡ। ਵੇਵਰਡ ਵੇਵਰ ਤੋਂ ਬਾਅਦ ਅਸੀਂ ਜਿਹੜੀ ਪ੍ਰੈਪੋਜੀਸ਼ਨ ਯੂਜ਼ ਕਰਾਂਗੇ ਉਹ ਅਰਾਊਂਡ ਯੂਜ਼ ਕਰਾਂਗੇ, ਆਲੇ ਦੁਆਲੇ। ਵੇਵਰਡ ਅਰਾਊਂਡ 10%। ਦ ਸੇਲ ਆਫ ਕਾਰਸ ਵੇਵਰਡ ਅਰਾਊਂਡ 10%। 10% ਦੇ ਅਰਾਊਂਡ ਵੇਵਰ ਕੀਤਾ। ਪਰ ਇੱਕ ਚੀਜ਼ ਦਾ ਖਾਸ ਖਿਆਲ ਰੱਖੋ, ਇਹ ਆਈ ਨਹੀਂ ਹੋਣਾ ਚਾਹੀਦਾ ਵੀ ਤੁਸੀਂ ਮੰਨ ਲਓ ਕੋਈ ਚੀਜ਼ ਐਦਾਂ ਹੋ ਰਹੀ ਹੈ, ਇੰਨਾ ਹੋ ਰਹੀ ਹੈ, ਉਹਨੂੰ ਨਹੀਂ ਵੇਵਰਿੰਗ ਕਹਿੰਦੇ, ਉਹ ਵੇਵਰ ਨਹੀਂ ਹੈ। ਇਹ ਤਾਂ ਫਿਰ ਇਹ ਤਾਂ ਫਲਕਚੁਏਟ ਕਰ ਰਹੀ ਹੈ। ਇਹ ਤਾਂ ਕੀ ਕਰ ਰਹੀ ਹੈ? ਫਲਕਚੁਏਟ। ਜ਼ਿਆਦਾ ਉਤਾਰ ਚੜਾਅ ਦਿਖਾ ਰਹੀ ਹੈ। ਜਦੋਂ ਜ਼ਿਆਦਾ ਵੱਡੇ ਉਤਾਰ ਚੜਾਅ ਹੋਣ ਉਹਨੂੰ ਫਲਕਚੁਏਟ ਕਹਿੰਦੇ ਆ। ਨਿੱਕੇ ਨਿੱਕੇ ਜਿਹੇ ਹੋਣ, ਕਦੇ 10 ਤੋਂ ਉੱਪਰ, ਕਦੇ 11 12, ਕਦੇ 8 9, ਕਦੇ 9 8 9, ਬਸ ਥੋੜਾ ਥੋੜਾ ਜਿਹਾ। ਇਹ ਦੇਖਣ 'ਚ ਕਈ ਵਾਰੀ ਐਂ ਲੱਗਦਾ ਵੀ ਲਗਭਗ ਸਟੇਬਲ ਹੈ। ਹਾਂ, ਇਹਨੂੰ ਐਂ ਵੀ ਕਹਿ ਸਕਦੇ ਹੋ ਆਪਾਂ, ਜੇ ਇਹ ਤੁਹਾਨੂੰ ਸ਼ਬਦ ਨਹੀਂ ਆਉਂਦਾ ਤਾਂ ਇਹੀ ਗੱਲ ਨੂੰ ਤੁਸੀਂ ਐਂ ਵੀ ਕਹਿ ਸਕਦੇ ਸੀਗੇ। ਤੁਸੀਂ ਐਦਾਂ ਕਹਿ ਸਕਦੇ ਸੀ, ਦ ਸੇਲ ਆਫ ਕਾਰਸ ਆਲਮੋਸਟ ਸਟੈਗਨੇਟਡ। ਜਮਾ ਪੂਰੀ ਤਰ੍ਹਾਂ ਤਾਂ ਨਹੀਂ ਇਹ ਸਥਿਰ ਹੋਈ, ਇਹਦੇ ਨਾਲ ਇੱਕ ਸ਼ਬਦ ਪਾਤਾ ਆਲਮੋਸਟ ਸਟੈਗਨੇਟਡ ਐਟ 10%। ਆਲਮੋਸਟ ਦਾ ਮਤਲਬ ਵੀ ਲਗਭਗ, ਪੂਰੀ ਤਰ੍ਹਾਂ ਨਹੀਂ, ਲਗਭਗ 10 ਤੇ ਇਹ ਖੜ ਗਈ। ਵੀ ਐਂ ਜੇ ਲੱਗਦਾ ਵੀ 10 ਕਿਤੇ ਹੀ ਆ ਬਸ ਇਹ, ਪਰ ਚਲੋ ਆਲਮੋਸਟ ਲਿਖ ਲਿਆ ਵਰਡ। ਪਰ ਇਹਨੂੰ ਅਸੀਂ ਐਂ ਲਿਖ ਸਕਦੇ ਹਾਂ, ਦ ਸੇਲ ਆਫ ਕਾਰਸ ਵੇਵਰਡ ਅਰਾਊਂਡ 10%। ਆਈ ਹੋਪ ਤੁਹਾਨੂੰ ਸਮਝ ਆ ਗਿਆ। ਇਹਦੇ ਨਾਲ ਹੀ ਇੱਕ ਸ਼ਬਦ ਹੈ ਇਹਦੇ ਨਾਲ ਮਿਲਦਾ ਜੁਲਦਾ, ਲਿਖੋ ਸਟੂਡੈਂਟਸ, ਉਹਨੂੰ ਵੀ ਮੈਂ ਸਮਝਾਉਣਾ ਹੈ। ਇਸ ਤੋਂ ਬਾਅਦ ਆ ਸਾਡੀ ਵਕੈਬ ਨੰਬਰ 8 ਜੋ ਕਿ ਲਾਸਟ ਹੈ। ਵੇਵਰ ਤੋਂ ਬਾਅਦ ਅਗਲਾ ਸ਼ਬਦ ਲਿਖੋ ਹੋਵਰ। HOVER, ਹੋਵਰ। HOVER, ਹੋਵਰ। ਵੈਸੇ ਹੋਵਰ ਦੀ ਪੰਜਾਬੀ ਹੁੰਦੀ ਹੈ ਮੰਡਰਾਉਣਾ। ਇਹਨੂੰ ਪੰਜਾਬੀ ਚ ਲਿਖ ਲਓ ਮੰਡਰਾਉਣਾ। ਵੇਵਰ ਦੀ ਪੰਜਾਬੀ ਕੀ ਸੀਗੀ? ਕੰਬਣਾ ਹੁੰਦੀ ਹੈ ਵੈਸੇ, ਠੀਕ ਹੈ। ਹੋਵਰ ਕੀ ਚੀਜ਼ ਆ ਹੁਣ ਸੁਣੋ। ਲੈਟਸ ਸਪੋਜ਼ ਆ ਜਿਹੜੀਆਂ ਲਾਈਨਸ ਮੈਂ ਬਣਾ ਰਿਹਾ ਇਹ ਨੋਟਬੁੱਕ ਦੀਆਂ ਲਾਈਨਸ ਨੇ, ਮਤਲਬ ਉਹ 10% 20% ਦੀਆਂ ਗ੍ਰਾਫ ਦੀਆਂ ਲਾਈਨਸ ਨਹੀਂ ਵੈਸੇ ਨੇ ਇਹ। ਆ 10% ਹੈ, 20% ਹੈ, 30% ਹੈ, ਤੇ ਆ ਕਿੰਨਾ 40%, ਠੀਕ ਹੈ। ਹੋਵਰ ਹੁੰਦਾ ਮੰਡਰਾਉਣਾ। ਮੰਡਰਾਉਣ ਦਾ ਮਤਲਬ ਕਿਸੇ ਦੇ ਇਰਦ ਗਿਰਦ ਫਿਰਦੇ ਰਹਿਣਾ, ਉਹਨੂੰ ਟੱਚ ਨਾ ਕਰਨਾ। ਜਿਵੇਂ ਕਿ ਮੰਨ ਲਓ ਸੇਲ ਹੈ, ਉਹ ਕੀ ਹੋ ਗਈ, ਉਹ 20 ਦੇ ਐਂ ਉੱਪਰ ਉੱਪਰ ਮੰਡਰਾਉਂਦੀ ਰਹੀ, ਐਂ ਜੇ ਮੰਡਰਾਉਂਦੀ ਰਹੀ, ਇਹਨੇ 20 ਨੂੰ ਟੱਚ ਨਹੀਂ ਕੀਤਾ। ਤਾਂ ਮੈਂ ਕਹੂੰਗਾ ਇੱਥੇ ਇੱਕ ਸੈਂਟੈਂਸ ਬਣਾ ਦੇਣਾ, ਲਿਖੋ ਦ ਸੇਲ ਆਫ ਕਾਰਸ, ਦ ਸੇਲ ਆਫ ਕਾਰਸ, ਜਿਹੜੀ ਕਾਰਾਂ ਦੀ ਸੇਲ ਹੈ, ਹੋਵਰਡ HOVERED, ਉੱਪਰ, ਕਿਉਂਕਿ ਟੱਚ ਤਾਂ ਕਰਨਾ ਨਹੀਂ, ਉੱਪਰ ਉੱਪਰ ਮੰਡਰਾਊਗੀ, ਅਬਵ 20%। ਇਹਦੇ ਨਾਲ ਕੀ ਆ ਜਾਊਗਾ? ਅਬਵ 20%। ਅੱਗੇ ਟਾਈਮ ਲਿਖ ਸਕਦੇ ਬਿਟਵੀਨ ਦਿਸ ਐਂਡ ਦਿਸ, ਉਹ ਬਾਅਦ ਦੀ ਗੱਲ ਹੈ। ਅੱਛਾ, ਜੇ ਇਹ ਨੀਚੇ ਮੰਡਰਾਵੇ ਐਂ ਵੀ ਹੋ ਸਕਦਾ ਸੀ, ਦੇਖੋ ਧਿਆਨ ਨਾਲ, ਐਂ ਵੀ ਹੋ ਸਕਦਾ ਸੀ ਵੀ ਕੋਈ ਚੀਜ਼ ਮੰਡਰਾ ਰਹੀ ਹੈ, ਨੀਚੇ ਨੂੰ ਮੰਡਰਾ ਰਹੀ ਹੈ, ਟੱਚ ਨਹੀਂ ਕਰ ਰਹੀ, ਬਸ ਉਹਦੇ ਨੀਚੇ ਨੀਚੇ ਮੰਡਰਾਈ ਜਾਂਦੀ ਹੈ। ਤਾਂ ਫਿਰ ਇਹੀ ਸੈਂਟੈਂਸ ਨੂੰ ਮੈਂ ਕਹਿ ਸਕਦਾ ਸੀ, ਲਿਖ ਲਓ ਸਟੂਡੈਂਟਸ, ਦ ਸੇਲ ਆਫ ਕਾਰਸ, ਕਾਰਾਂ ਦੀ ਸੇਲ, ਹੋਵਰਡ HOVERED, ਬਿਲੋ 20%, ਬਿਲੋ 20%। ਅੱਛਾ, ਵੇਵਰ ਕੀ ਸੀ? ਵੇਵਰ ਦੇ ਵਿੱਚ ਕੀ ਹੁੰਦਾ ਵੀ ਕੋਈ ਚੀਜ਼ ਮੰਡਰਾਉਣੀ ਜੀ ਉੱਪਰ ਨੀਚੇ ਹੁੰਦੀ ਹੈ। ਵੇਵਰ ਆ ਹੁੰਦੀ ਹੈ, ਆ ਵੇਵਰ ਹੈ, ਤਾਂ ਕਿ ਤੁਹਾਨੂੰ ਫਰਕ ਸਮਝ ਆ ਸਕੇ। ਜਿਹੜੀ ਬਲੈਕ ਮਾਰਕਰ ਨਾਲ ਲਿਖੀ ਹੈ ਉਹ ਵੇਵਰ ਹੋਗੀ, ਕਦੇ 20 ਤੋਂ ਉੱਪਰ, ਕਦੇ 20 ਤੋਂ ਨੀਚੇ। ਤਾਂ ਆਹ ਸੈਂਟੈਂਸ ਕੀ ਬਣ ਜਾਂਦਾ ਫਿਰ ਆਪਾਂ ਕਹਿ ਦਿੰਦੇ ਦ ਸੇਲ ਆਫ ਕਾਰਸ ਵੇਵਰਡ, ਵੇਵਰ ਕਿਉਂਕਿ ਉੱਪਰ ਨੀਚੇ ਹੁੰਦੀ ਇਰਦ ਗਿਰਦ, ਤਾਂ ਅਰਾਊਂਡ 20%, ਅਰਾਊਂਡ 20%। ਹੋਪ ਤੁਹਾਨੂੰ ਸਟੂਡੈਂਟਸ ਕਲੀਅਰ ਹੋ ਗਿਆ। ਚੱਲਦੇ ਹਾਂ ਸਟੂਡੈਂਟਸ ਸਾਡੀ ਅੱਜ ਦੀ ਲਾਸਟ ਵਕੈਬ ਦੇ ਉੱਪਰ, ਵਕੈਬ ਨੰਬਰ 8। ਕੁਝ ਟ੍ਰੈਂਡਸ ਨੇ ਜਿਨ੍ਹਾਂ ਨੂੰ ਆਪਾਂ ਕਲੀਅਰ ਕਰਨਾ ਹੈ ਤਾਂ ਕਿ ਜਦੋਂ ਅਸੀਂ ਗ੍ਰਾਫ ਲਿਖੀਏ ਤਾਂ ਉਦੋਂ ਸਾਨੂੰ ਪ੍ਰੋਬਲਮ ਨਾ ਆਵੇ। ਫਸਟ ਕੀ ਲਿਖਿਆ ਦੇਖੋ, ਐਨ ਐਵਰ ਰਾਈਜ਼ਿੰਗ ਟ੍ਰੈਂਡ। ਸੋ ਇਹਦੇ ਵਿੱਚ ਕੀ ਹੋਏਗਾ, ਐਵਰ ਰਾਈਜ਼ਿੰਗ ਟ੍ਰੈਂਡ ਕੀ ਹੁੰਦਾ? ਐਵਰ ਰਾਈਜ਼ਿੰਗ ਦਾ ਮਤਲਬ ਕੋਈ ਚੀਜ਼ ਹਮੇਸ਼ਾ ਬਸ ਵਧੀ ਜਾ ਰਹੀ ਹੈ ਲਗਾਤਾਰ, ਇੱਕ ਵਾਰੀ ਵੀ ਉਹ ਘਟੀ ਨਹੀਂ, ਨਾ ਹੀ ਕਦੇ ਉਹ ਸਟੇਬਲ ਰਹੀ ਹੈ। ਐਵਰ ਮੀਨਸ ਹਮੇਸ਼ਾ,
मान लो कोई चीज 10% तो शुरू हुई, वैसे ही वो ज्यों ਚੱਲੀ बस लगातार वध रही है वध रही है वध रही है वध रही है। एक बारी भी वो स्टेबल नहीं हुई, ना ही वो कदे घटी है। नीचे साल निकल रहे ने, साल निकल रहे ने ते लेकिन वो चीज लगातार वध रही है। इट मीन्स चलो ये मान के आप चलते हैं 50 तक पहुंच गई, तो इट मीन्स लेट्स सपोज ये सेल है, तो आप की कहांगे द सेल शोड एन एवर राइजिंग ट्रेंड। आप लिख लेने इत्थे, लिख लो द सेल शोड। अच्छा कई स्टूडेंट्स सोचते ने कि सर शोड की बजाय की लिख सकते हैं, कुछ चीज़ें मैं ग्राफ करवाऊं, चलो मैं इत्थे दस देने। पहले लिख लो एन एवर राइजिंग ट्रेंड, द सेल शोड एन एवर राइजिंग ट्रेंड। वैसे तो शोड की बजाय बहुत कुछ लिख सकते हो, पर इत्थे फिलहाल दो वर्ड्स नोट कर लो। दिखाने दी इंग्लिश तुसी डिस्प्ले यूज कर सकते हो, DISPLAY डिस्प्ले, सेकंड फॉर्म की आ गई डिस्प्लेड। ते एग्जिबिट यूज कर सकते हो, EXHIBIT, एग्जिबिट मींस दिखाना, ते सेकंड फॉर्म की आ गई एग्जिबिटेड। द सेल डिस्प्लेड या एग्जिबिटेड एन एवराइजिंग ट्रेंड। ठीक है, कई स्टूडेंट्स की करते हैं इनू एन एवराइजिंग समझ लेंगे, गलत है। मान लो कोई चीज सेल पहला वधेगी, बिच दी माड़ी जी स्टेबल होगी, फिर वध गई, ये एवराइजिंग नहीं है। एवर हमेशा होंदा, हमेशा थोड़ी वधी है बिच दी स्टेबल होगी, ये एवराइजिंग नहीं है। एवराइजिंग की सी जो लगातार वधी चले। क्लियर, अगले ते आ जाओ, एन एवर डिक्लाइनिंग ट्रेंड, एन एवर डिक्लाइनिंग ट्रेंड, ਉਹ ट्रेंड ਜਿਹਦੇ ਵਿੱਚ ਕੋਈ ਚੀਜ਼ ਲਗਾਤਾਰ ਘਟ ਰਹੀ ਹੈ ਸਟੂਡੈਂਟਸ, ਇੱਕ ਵਾਰੀ ਵੀ ਉਹ ਵਧੇ ਨਹੀਂ ਨਾ ਕਦੇ ਸਟੇਬਲ ਰਹੀ, ਉਹਨੂੰ ਕੀ ਕਹਿੰਦੇ ਐਨ ਐਵਰ ਡਿਕਲਾਈਨਿੰਗ ਟ੍ਰੈਂਡ। ਲੈਟਸ ਸਪੋਜ਼ ਕੋਈ ਸੇਲ ਹੈ, ਉਹ 30% ਤੋਂ ਸ਼ੁਰੂ ਹੋਈ, ਬਸ ਜਿਉਂ ਸ਼ੁਰੂ ਹੋਈ ਉਹ ਲਗਾਤਾਰ ਘਟ ਰਹੀ ਹੈ, ਚਾਹੇ ਉਹ ਲਾਈਨ ਗ੍ਰਾਫ ਹੈ, ਚਾਹੇ ਉਹ ਬਾਰ ਹੈ, ਚਾਹੇ ਉਹ ਪਾਈ ਹੈ, ਤੇ ਚਾਹੇ ਉਹ ਟੇਬਲ ਹੈ। ਬਾਲਾ ਜੇ ਮੈਂ ਸਾਰਾ ਕੁਝ ਸਾਰੇ ਦੇ ਐਗਜ਼ਾਮਪਲਸ ਲੈਂਦਾ ਤੁਸੀਂ ਕਨਫਿਊਜ਼ ਹੋ ਸਕਦੇ ਸੀ, ਮੈਂ ਇੱਕ ਵਾਰੀ ਐਗਜ਼ਾਮਪਲ ਲਾਈਨ ਵਾਲੀ ਸਮਝਾ ਰਿਹਾ, ਬਟ ਉਹ ਵੋਕੈਬਲਰੀ, ਇਹੀ ਵੋਕੈਬਲਰੀ ਸਾਰੇ ਕਿਤੇ ਅਪਲਾਈ ਹੋਏਗੀ। तो की बन गया द सेल, लेट्स सपोज 10 पे पहुंच गई, तो की बन गया द सेल शोड डिस्प्लेड या एग्जिबिटेड एन एवर डिक्लाइनिंग ट्रेंड। हुण तुसी दसो जे ऐदा हुंदा की यह एवर डिक्लाइनिंग हैगी है। मान लो कोई चीज इत्थों शुरू हुई, घट गई, माड़ा जा वध गई, फिर घट गई, की यह एवर डिक्लाइनिंग है? दसो, तुसी दसो, सोनू पूछ रहे हैं, बोलो। हाँ नहीं है, क्यों? एवर हुंदा हमेशा, जिहड़ी चीज हमेशा घटे लगातार, बस ਉਹਨੂੰ ਕੀ ਕਹਾਂਗੇ ਐਨ ਐਵਰ ਡਿਕਲਾਈਨਿੰਗ ਟ੍ਰੈਂਡ। ਚਲੋ ਜੀ, ਇਹ ਦੋਨੋਂ ਟ੍ਰੈਂਡਸ ਹੋ ਗਏ ਕਲੀਅਰ। ਇਹਨੂੰ ਆਪਾਂ ਇਰੇਜ਼ ਹੀ ਕਰਦੇ ਨੇ ਇੱਥੋਂ ਤਾਂ ਕਿ ਕਨਫਿਊਜ਼ਨ ਨਾ ਹੋਵੇ। ਹੁਣ ਆ ਜਾਓ ਇੱਧਰ, ਐਨ ਓਵਰਆਲ ਰਾਈਜ਼ਿੰਗ ਟ੍ਰੈਂਡ। ਇੱਥੇ ਵਰਡ ਨੋਟ ਕਰ ਲਓ ਓਵਰਆਲ। ਜਿਹੜਾ ਓਵਰਆਲ ਹੈ ਨਾ, ਇਹ ਓਵਰਆਲ ਹੈ, ਇਹਦੇ ਵਿੱਚ ਅਸੀਂ ਸਟਾਰਟਿੰਗ ਪੁਆਇੰਟ ਤੇ ਐਂਡ ਪੁਆਇੰਟ ਦੇਖਦੇ ਹਾਂ, ਬਸ ਸਟਾਰਟਿੰਗ ਤੇ ਐਂਡ ਦੇਖਦੇ ਹਾਂ। ਦੇ ਵਿੱਚ ਸਟਾਰਟਿੰਗ ਤੇ ਐਂਡ ਪੁਆਇੰਟ ਓਵਰਆਲ ਦੇ ਵਿੱਚ ਨੋਟ ਕਰ ਲਓ ਸਟੂਡੈਂਟਸ, ਸਟਾਰਟਿੰਗ ਪੁਆਇੰਟ ਤੇ ਐਂਡ ਪੁਆਇੰਟ। ਅੰਦਰੋਂ ਨਹੀਂ ਨੋਟ ਕਰਦੇ, ਓਵਰਆਲ ਬਸ। ਮੰਨ ਲਓ ਕੋਈ ਸਾਡੇ ਕੋਲੇ ਕੋਈ ਸੇਲ ਹੈ, ਲੈਟਸ ਸਪੋਜ਼ ਕੋਈ ਸੇਲ ਹੈ, ਉਹ ਸ਼ੁਰੂ ਹੋਈ 10% ਤੋਂ, 10% ਤੋਂ, ਉਹ ਘਟ ਗਈ, ਵੱਧ ਗਈ, ਘਟ ਗਈ, ਵੱਧ ਗਈ, ਘਟ ਗਈ, ਵੱਧ ਗਈ, ਲੇਕਿਨ ਉਹਦਾ ਐਂਡ ਜਿਹੜਾ ਹੋਇਆ ਉਹ 10 ਤੋਂ ਵੱਡਾ ਹੈ। ਲੈਟਸ ਸਪੋਜ਼ 15 ਹੀ ਹੈ, ਚਾਹੇ 15 ਹੈ, ਵਿੱਚ ਦੀ ਉਹ 5 ਤੇ ਵੀ ਪਹੁੰਚੀ ਹੈ, ਘਟੀ ਵਧੀ ਜੋ ਮਰਜ਼ੀ ਹੋਇਆ। ਜੇ ਸਟਾਰਟਿੰਗ ਪੁਆਇੰਟ ਛੋਟਾ ਹੈ, ਐਂਡ ਪੁਆਇੰਟ ਵੱਡਾ ਹੈ, ਐਂਡ ਦੇ ਵਿੱਚ ਸਟਾਰਟਿੰਗ ਨਾਲੋਂ ਵੱਧ ਗਈ, ਬਸ ਜਿਵੇਂ ਮਰਜ਼ੀ ਵਧੀ, ਅੰਦਰੋਂ ਅਸੀਂ ਕੁਝ ਨਹੀਂ ਦੇਖਦੇ। ਆ ਐਂਡ ਪੁਆਇੰਟ ਸਟਾਰਟਿੰਗ ਨਾਲੋਂ ਵੱਡਾ ਹੈ, ਇਹਦਾ ਮਤਲਬ ਸੇਲ ਨੇ एन ओवरऑल राइजिंग ट्रेंड दिखाया। क्लियर है, अंदरों जो मर्जी हो गया, द सेल शोड एन ओवरऑल राइजिंग ट्रेंड। आई होप तुहानू क्लियर हो गया। आई इधर आ गया ओवरऑल डिक्लाइनिंग, ओवरऑल घट जे, अंदरों जो मर्जी हो, जिथों शुरू हुई एंड च उस तो घट जे। लेट्स सपोज 60 तो शुरू हुई, 60 तो ये एक बारी 70 हो गई, घट गई, वध गई, जो मर्जी होएगी, बट जिहड़ा एंड होया वो 60 तो नीचे है, लेट्स सपोज 40 है, लेकिन विच दी ये 70 ते भी चली गई। आ नहीं देखना सी, अंदरों कुछ नहीं देखना सी। 60 तो शुरू हुई, एंड किथे होया? 40 ते होया। इट मीन्स
ਇਹਨੇ ਕੀ ਦਿਖਾਇਆ, ਐਨ ਓਵਰऑल ਡਿਕਲਾइनिंग ਟ੍ਰੈਂਡ ਦਿਖਾਇਆ। ਬੋਲੋ ਕੀ ਦਿਖਾਇਆ, ਐਨ ਓਵਰऑल ਡਿਕਲਾइनिंग ਟ੍ਰੈਂਡ। ਸੋ ਹੋਪ ਸਟੂਡੈਂਟਸ ਕਲੀਅਰ ਹੈ। ਇੱਥੇ ਇੱਕ ਚੀਜ਼ ਮੈਂ ਤੁਹਾਨੂੰ ਲਾਸਟ ਦੱਸਦਾ, ਆਈ ਥਿੰਕ ਤੁਹਾਨੂੰ ਟ੍ਰੈਂਡਸ ਕਲੀਅਰ ਹੋ ਗਏ, ਐਨ ਓਵਰऑल ਰਾਈਜ਼ਿੰਗ ਟ੍ਰੈਂਡ ਤੇ ਐਨ ਓਵਰऑल ਡਿਕਲਾइनिंग ਟ੍ਰੈਂਡ। ਇੱਥੇ ਇੱਕ ਮਜ਼ੇਦਾਰ ਚੀਜ਼ ਤੇ ਮੈਂ ਐਂਡ ਕਰਦਾ ਸਟੂਡੈਂਟਸ, ਬੜਾ ਸੋਹਣਾ ਐਕਸਪ੍ਰੈਸ਼ਨ ਹੈ। ਮੰਨ ਲਓ ਤੁਸੀਂ ਦੱਸਿਓ ਇੱਕ ਮਿੰਟ, ਕੋਈ ਚੀਜ਼ 10% ਤੋਂ ਸਟਾਰਟ ਹੋਈ, ਘਟ ਗਈ, ਵੱਧ ਗਈ, ਵੱਧ ਗਈ, ਘਟ ਗਈ, ਪਰ ਉਹਦਾ ਐਂਡ ਹੋਇਆ 17% ਤੇ, ਲੈਟਸ ਸਪੋਜ਼ ਸੇਲ ਹੈ। ਤਾਂ ਇਹਨੇ ਕੀ ਦਿਖਾਇਆ, ਮੈਨੂੰ ਬੋਲ ਕੇ ਦੱਸੋ ਕੀ ਦਿਖਾਇਆ ਇਹਨੇ, ਐਨ ਓਵਰऑल ਡਿਕਲਾइनिंग ਕਿ ਐਨ ਓਵਰऑल ਰਾਈਜ਼ਿੰਗ ਟ੍ਰੈਂਡ? ਹਾਂਜੀ, ਇਹ ਘਟ ਹੈ, ਇਹ ਵੱਧ ਐਂਡ ਚ। ਤਾਂ ਇਹਨੇ ਦਿਖਾਇਆ ਦ ਸੇਲ ਸ਼ੋਡ, ਮੇਰੀ ਮੇਨ ਗੱਲ ਅੱਗੇ ਆਉਗੀ, ਲਿਖੋ ਦ ਸੇਲ ਸ਼ੋਡ, ਕੀ ਦਿਖਾਇਆ ਇਹਨੇ, ਐਨ ਓਵਰऑल ਰਾਈਜ਼ਿੰਗ ਟ੍ਰੈਂਡ, ਐਨ ਓਵਰऑल ਰਾਈਜ਼ਿੰਗ ਟ੍ਰੈਂਡ। ਪਰ ਕਈ ਬੱਚੇ ਕਹਿਣਗੇ ਇਹ ਤਾਂ ਠੀਕ ਹੈ, ਓਵਰऑल ਆ ਗਿਆ, ਅੰਦਰੋਂ ਜਿਹੜਾ ਦਾ ਟ੍ਰੈਂਡ ਸੀ ਇੱਕ ਇਹਨੂੰ ਆਪਾਂ ਕੀ ਸਰ ਐਂ ਕਹਿ ਸਕਦੇ ਹਾਂ ਵੀ ਇਹ ਚ ਫਲਕਚੁਏਸ਼ਨਸ ਵੀ ਬਹੁਤ ਨੇ। ਤਾਂ ਇਹਨੂੰ ਆਪਾਂ ਐਂ ਕਹਿ ਸਕਦੇ ਹਾਂ ਦ ਸੇਲ ਸ਼ੋਡ, ਦ ਸੇਲ ਸ਼ੋਡ ਅ ਫਲਕਚੁਏਟਿੰਗ ਟ੍ਰੈਂਡ। ਮੈਂ ਕਹੂੰਗਾ ਹਾਂ ਕਹਿ ਸਕਦੇ ਹਾਂ, ਦੋਨੋਂ ਨਾਮ ਨੇ ਇਹਦੇ, ਫਲਕਚੁਏਟਿੰਗ ਟ੍ਰੈਂਡ ਵੀ ਹੈ ਤੇ ਓਵਰऑल ਰਾਈਜ਼ਿੰਗ ਟ੍ਰੈਂਡ ਵੀ ਹੈ। ਜੇ ਤੁਹਾਡਾ ਇਹ ਦਿਲ ਕਰੇ ਦੋਨਾਂ ਨੂੰ ਇਕੱਠਿਆਂ ਨੂੰ ਕਰਕੇ ਲਿਖਣਾ ਹੈ ਵੀ ਜਿਹੜੀ ਚੀਜ਼ ਨਾਲੇ ਤਾਂ ਓਵਰऑल ਰਾਈਜ਼ਿੰਗ ਹੋਵੇ ਨਾਲੇ ਫਲਕਚੁਏਸ਼ਨਸ ਨਾਲ ਭਰੀ ਹੋਵੇ, ਫਲਕਚੁਏਟਿੰਗ ਟ੍ਰੈਂਡ ਹੋਵੇ, ਤਾਂ ਇਹਨੂੰ ਇੱਕ ਬੜਾ ਸੋਹਣਾ ਐਕਸਪ੍ਰੈਸ਼ਨ ਬਣਾਇਆ ਗਿਆ, ਇਹਨੂੰ ਨੋਟ ਕਰ ਲਓ, ਇਹ ਕੰਮ ਆਊਗਾ। ਆਪਾਂ ਕਹਿ ਦਾਂਗੇ ਐਨ ਓਵਰऑल ਫਲਕਚੁਏਟਿੰਗਲੀ ਰਾਈਜ਼ਿੰਗ ਟ੍ਰੈਂਡ, ਵੀ ਹੈ ਤਾਂ ਰਾਈਜ਼ਿੰਗ ਹੀ ਪਰ ਉਹ ਫਲਕਚੁਏਟਿੰਗਲੀ ਰਾਈਜ਼ਿੰਗ ਹੈ ਤਾਂ ਓਵਰऑल ਰਾਈਜ਼ਿੰਗ। ਨਾਲ ਇੱਕ ਵਰਡ ਪਾਤਾ, ਇਹ ਬੜਾ ਐਕਸਪ੍ਰੈਸ਼ਨ ਇੰਪੋਰਟੈਂਟ ਹੈ, ਐਨ ਓਵਰऑल ਫਲਕਚੁਏਟਿੰਗਲੀ ਰਾਈਜ਼ਿੰਗ ਟ੍ਰੈਂਡ। ਤਾਂ ਇਹਨਾਂ ਦੋਨਾਂ ਨੂੰ ਮਿਲਾ ਕੇ ਕਹਿ ਸਕਦੇ ਸੀ ਦ ਸੇਲ ਸ਼ੋਡ ਐਨ ਓਵਰऑल ਫਲਕਚੁਏਟਿੰਗਲੀ ਰਾਈਜ਼ਿੰਗ ਟ੍ਰੈਂਡ। ਹੈ ਓਵਰऑल ਰਾਈਜ਼ਿੰਗ ਬਟ ਅੰਦਰੋਂ ਫਲਕਚੁਏਸ਼ਨਸ ਨੇ। ਅੱਛਾ, ਇਹਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਐਨ ਓਵਰऑल ਇਰੈਟਿਕਲੀ ਰਾਈਜ਼ਿੰਗ ਟ੍ਰੈਂਡ, ਜਿਵੇਂ ਫਲਕਚੁਏਟਿੰਗਲੀ ਆ ਗਿਆ ਐਂ ਇਹ ਆ ਸਕਦਾ ਐਨ ਓਵਰऑल ਇਰੈਟਿਕਲੀ ਰਾਈਜ਼ਿੰਗ ਟ੍ਰੈਂਡ। ਇਹਨੂੰ ਨੋਟ ਕਰ ਲਓ, ਬਾਕੀ ਆਪਾਂ ਗ੍ਰਾਫ ਚ ਯੂਜ਼ ਕਰਾਂਗੇ। ਜਿਵੇਂ ਰਾਈਜ਼ਿੰਗ ਐਂ ਡਿਕਲਾइनिंग ਹੋ ਸਕਦਾ, ਜਿਵੇਂ ਆਪਾਂ ਕਹਿਣਾ ਹੋਵੇ, ਦੇਖੋ ਬਸ ਲਾਸਟ ਸਟੂਡੈਂਟਸ ਦੇਖੋ ਇੱਧਰ, ਲੈਟਸ ਸਪੋਜ਼ ਕੋਈ ਚੀਜ਼ 60 ਤੋਂ ਸ਼ੁਰੂ ਹੋਈ, ਘਟ ਗਈ, ਘਟ ਗਈ, ਅੰਦਰੋਂ ਫਲਕਚੁਏਸ਼ਨ ਨੇ, ਐਂਡ ਦੇ ਵਿੱਚ ਇਹ 20 ਤੇ ਪਹੁੰਚ ਗਈ, ਨਾਲੇ ਤਾਂ ਓਵਰऑल ਡਿਕਲਾइनिंग ਹੈ, ਦੇਖੋ ਇਹਦਾ ਨਾਮ ਕੀ ਆ ਗਿਆ, ਐਨ ਓਵਰऑल ਡਿਕਲਾइनिंग ਟ੍ਰੈਂਡ, ਓਵਰऑल ਘਟ ਗਈ ਇਹ, ਨਾਲੇ ਇਹ ਫਲਕਚੁਏਟਿੰਗ ਟ੍ਰੈਂਡ ਵੀ ਹੈ। ਫਲਕਚੁਏਟਿੰਗ ਟ੍ਰੈਂਡ ਦਾ ਮਤਲਬ ਐਨ ਇਰੈਟਿਕ ਟ੍ਰੈਂਡ, ਇਹਦੇ ਦੋਨੋਂ ਨਾਮ ਨੇ, ਅ ਫਲਕਚੁਏਟਿੰਗ ਟ੍ਰੈਂਡ। ਜੇ ਦੋਨੋਂ ਹੀ ਹੋਣ, ਨਾਲੇ ਤਾਂ ਓਵਰऑल ਘਟ ਜੇ ਨਾਲੇ ਫਲਕਚੁਏਟਿੰਗ ਹੋਵੇ, ਤਾਂ ਦੋਨਾਂ ਨੂੰ ਕੰਬਾਈਨ ਕਰਕੇ ਇੱਕ ਐਕਸਪ੍ਰੈਸ਼ਨ ਇਹ ਬਣਾ ਸਕਦੇ ਆਪਾਂ, ਦੇਖੋ ਐਨ ਓਵਰऑल ਫਲਕਚੁਏਟਿੰਗਲੀ ਡਿਕਲਾइनिंग ਟ੍ਰੈਂਡ, ਐਨ ਓਵਰऑल ਫਲਕਚੁਏਟਿੰਗਲੀ ਡਿਕਲਾइनिंग ਟ੍ਰੈਂਡ, ਜਾਂ ਐਨ ਓਵਰऑल ਇਰੈਟਿਕਲੀ ਡਿਕਲਾइनिंग ਟ੍ਰੈਂਡ। ਬਾਕੀ ਸਟੂਡੈਂਟਸ ਇਹ ਤਾਂ ਹਲੇ ਵਕੈਬ ਹੈ, ਜਦੋਂ ਆਪਾਂ ਗ੍ਰਾਫ ਲਿਖਾਂਗੇ ਉਦੋਂ ਤੁਹਾਨੂੰ ਜ਼ਿਆਦਾ ਸਮਝ ਆਊਗੀ। ਸਮਝ ਤਾਂ ਹੁਣ ਵੀ ਆ ਗਈ, ਉਦੋਂ ਜ਼ਿਆਦਾ ਪ੍ਰੈਕਟਿਸ ਹੋਏਗੀ। ਹੋਪ ਤੁਹਾਨੂੰ ਸਮਝ ਆ ਗਈ, ਨਾਲੇ ਤਾਂ ਓਵਰऑल ਘਟ ਗਈ, ਓਵਰऑल ਡਿਕਲਾइनिंग, ਨਾਲੇ ਫਲਕਚੁਏਸ਼ਨਸ ਵੀ ਨੇ, ਤਾਂ ਇਕੱਠਿਆਂ ਲਈ ਕਿਹੜਾ ਵਰਡ ਆ ਗਿਆ, ਐਨ ਐਕਸਪ੍ਰੈਸ਼ਨ ਕਿਹੜਾ ਆ ਗਿਆ, ਐਨ ਓਵਰऑल fluctuatingly declining trend. So this is the end of the lecture. Thank you very much.